ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨ ਬਾਰੈ ਬਾਰ ਜਿਉ ਬਨ ਫਲ ਪਾਕੇ ਭੋਏ ਗਿਰਹਿ ਬੋਹਰ ਨ ਲਾਗਹਿ ਡਾਰ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਲੱਖ 84 ਜੋਨ ਉਪਾਈ ਮਾਨੁਖ ਕੋ ਪ੍ਰਭ ਦੀ ਵਡਿਆਈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਏਹੀ ਲਾਹੋ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਏਹੀ ਲਾਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਬੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਦੀ ਨੂਰ ਅਰਸੋ ਕੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਬੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਸੋਲ੍ਹੇ ਮਹੱਲਾ ਪਹਿਲਾ।
ਇਕ ਓੰਕਾਰ ਸਤਿਗੁਰ ਪ੍ਰਸਾਦ। ਸਾਚਾ ਸਚ ਸੋਈ ਅਵਰ ਨ ਕੋਈ। ਜਿਨ ਸਿਰਜੀ ਤਿਨ ਹੀ ਫੁਨ ਗੋਈ। ਸਾਚਾ ਸਚ ਸੋਈ ਅਵਰ ਨ ਕੋਈ। ਜਿਨ ਸਿਰਜੀ ਤਿਨ ਹੀ ਫੁਨ ਗੋਈ। ਜਿਉ ਭਾਵੈ ਤਿਉ ਰਾਖੋ ਰਹਿਣਾ। ਤੁਮ ਸਿਉ ਕਿਆ ਮੁਕਰਾਈ ਹੈ। ਆਪ ਉਪਾਏ ਆਪ ਖਪਾਏ। ਆਪੇ ਸਿਰ ਸਿਰ ਧੰਦੈ ਲਾਏ। ਆਪ ਵਿਚਾਰੀ ਆਪੇ ਵਿਚਾਰੀ। ਗੁਣਕਾਰੀ ਆਪੇ ਮਾਰਗ ਲਾਈ ਹੈ। ਆਪੇ ਦਾਨਾ ਆਪੇ ਬੀਨਾ। ਆਪੇ ਆਪ ਉਪਾਏ ਪਤੀਨਾ। ਆਪੇ ਪੌਣ ਪਾਣੀ ਬੈ ਸੰਤਰ। ਆਪੇ ਮੇਲ ਮਿਲਾਈ ਹੈ। ਆਪੇ ਸਸ ਸੂਰਾ ਪੂਰੋ ਪੂਰਾ। ਆਪੇ ਗਿਆਨ ਧਿਆਨ ਗੁਰ ਸੂਰਾ। ਕਾਲ ਜਾਲ ਜਮ ਜੋਹੇ ਨ ਸਾਕੈ। ਸਾਚੇ ਸਿਉ ਲਿਵ ਲਾਈ ਹੈ। ਆਪੇ ਸਸ ਸੂਰਾ ਪੂਰੋ ਪੂਰਾ। ਆਪੇ ਗਿਆਨ ਧਿਆਨ ਗੁਰ ਸੂਰਾ। ਕਾਲ ਜਾਲ ਜਮ ਜੋਹੇ ਨ ਸਾਕੈ। ਸਾਚੇ ਸਿਉ ਲਿਵ ਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਲੋਕ ਪਰਲੋਕ ਦੇ ਰੱਖਿਅਕ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਮਨੁੱਖਤਾ ਦੇ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਬਾਰੇ ਸਤ ਸੰਗੀ ਜਨੋ। ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਗੁਰੂ ਦਰਬਾਰ ਵਿੱਚ ਨਤਮਸਤਕ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸੋ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ।
ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸਰਵਣ ਕਰਦੀਆਂ ਆ ਰਹੀਆਂ ਹਨ। ਜੋ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਸੋਲ੍ਹੇ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੋਲ੍ਹੇ ਤੋਂ ਭਾਵ ਹੈ ਕਿ 16 ਬੰਦਾਂ ਵਾਲੀ ਇਹ ਬਾਣੀ। ਸੋਹਲਾ ਇੱਕ ਸ਼ਬਦ ਆਉਂਦਾ ਸੋਹਲਾ, ਸੋਹਲੇ ਦਾ ਅਰਥ ਖੁਸ਼ੀ, ਪਰ ਇੱਥੇ ਜੋ ਸ਼ਬਦਾਂ ਦੀਆਂ ਜਿਹੜੀਆਂ ਪੌੜੀਆਂ ਨੇ, ਬੰਦ ਨੇ, ਉਹਦੀ ਗਿਣਤੀ ਕੀਤੀ ਗਈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ 16 ਬੰਦਾਂ ਵਾਲਾ ਸ਼ਬਦ ਉਚਾਰਨ ਕਰ ਰਹੇ ਹਨ। ਇਸ ਸ਼ਬਦ 'ਚ 16 ਬੰਦ ਆਉਣਗੇ, ਜਿਹਦੇ 'ਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਕ 1020 ਤੇ ਇਹ ਸ਼ਬਦ ਸੁਸ਼ੋਭਿਤ ਹੈ ਤੇ 1021 ਤੇ ਜਾ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਸੋ ਸਤਿਗੁਰੂ ਜੀ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲਾਚਰਨ ਕੀਤਾ ਪਾਤਸ਼ਾਹ ਨੇ। ਪਰਮਾਤਮਾ ਇੱਕ ਹੈ, ਓੰਕਾਰ ਪ੍ਰਕਾਸ਼ ਸਰੂਪ ਹੈ, ਸਤ ਸਦਾ ਰਹਿਣ ਵਾਲਾ। ਗੁਰ ਅਗਿਆਨਤਾ ਨੂੰ ਖਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ। ਪ੍ਰਸਾਦ ਆਨੰਦ ਸਰੂਪ ਹੈ, ਸਵਾਦਾਂ ਤੋਂ ਪਰੇ ਹੈ। ਐਸਾ ਪਰਮੇਸ਼ਰ ਕਿਵੇਂ ਪ੍ਰਾਪਤ ਹੁੰਦਾ ਹੈ? ਸਤਿਗੁਰ ਪ੍ਰਸਾਦ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਸਦਕਾ, ਮਿਹਰ ਸਦਕਾ ਐਸਾ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਸਾਚਾ ਸੱਚ ਸੋਈ ਅਵਰ ਨ ਕੋਈ, ਜਿਨ ਸਿਰਜੀ ਤਿਨ ਹੀ ਪੁਨ ਗੋਈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਗਿਆਸੂ ਜਨਾਂ ਨੇ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਉਸ ਪਰਮੇਸ਼ਰ ਵਾਹਿਗੁਰੂ ਨੂੰ ਕਿਹੜੀ ਥਾਂ ਤੇ ਜਾਣਦੇ ਹੋ? ਉਹ ਪਰਮੇਸ਼ਰ ਰਹਿੰਦਾ ਕਿੱਥੇ ਹੈ? ਕਿਹੜੀ ਕਿਹੜੀ ਜਗ੍ਹਾ ਤੇ ਹੈ? ਤੇ ਸਤਿਗੁਰੂ ਜੀ ਨਾਲੇ ਇਹ ਦੱਸਣਾ ਕਰੋ ਕਿ ਜਿਹੜੀ ਇਹ ਸ੍ਰਿਸ਼ਟੀ ਬਣਦੀ ਹੈ, ਜੀਵ ਜੰਤੂ ਪੈਦਾ ਹੁੰਦੇ ਨੇ ਫਿਰ ਖਤਮ ਹੋ ਜਾਂਦੇ ਨੇ, ਇਹਨਾਂ ਨੂੰ ਪੈਦਾ ਕਰਨ ਵਾਲਾ ਕੌਣ ਹੈ ਤੇ ਖਤਮ ਕਰਨ ਵਾਲਾ ਕੌਣ ਹੈ? ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਇਹ ਸਵਾਲ ਕੀਤੇ ਤੇ ਗੁਰੂ ਸਾਹਿਬਾਨ ਜੀ ਕਹਿੰਦੇ ਸਾਚਾ ਸੱਚ ਸੋਈ ਅਵਰ ਨਾ ਕੋਈ। ਕਿ ਭਾਈ ਸੰਸਾਰ ਦੇ ਵਿੱਚ ਜਿੱਧਰ ਮੈਂ ਵੇਖਦਾ ਹਾਂ, ਸਾਰੀਆਂ ਥਾਵਾਂ 'ਤੇ ਸੱਚਾ ਪਰਮੇਸ਼ਰ ਵਾਹਿਗੁਰੂ ਹੀ ਹੈ, ਜਿਹੜਾ ਮੁੱਢ ਕਦੀਮਾਂ ਤੋਂ ਹੈ। ਉਸ ਤੋਂ ਬਿਨਾਂ ਕਹਿੰਦੇ ਦੂਜਾ ਕੋਈ ਹੈ ਹੀ ਨਹੀਂ ਹੈ। ਜਿਵੇਂ ਗੁਰਬਾਣੀ ਵਿੱਚ ਪਾਤਸ਼ਾਹ ਬਚਨ ਕਰਦੇ ਨੇ ਕਿ ਤੁਧਨ ਛੋੜ ਜਾਈਐ ਪ੍ਰਭ ਕੈ ਧਰ, ਆਨ ਨ ਬੀਆ ਤੇਰੀ ਸੰਸਰ। ਹੇ ਵਾਹਿਗੁਰੂ, ਤੈਨੂੰ ਛੱਡ ਕੇ ਅਸੀਂ ਕਿੱਧਰ ਜਾਣਾ ਕਰੀਏ? ਜਦੋਂ ਦੇਖਿਆ ਕਿ ਫਲਾਣੇ ਦੇਵੀ ਦੇਵਤੇ ਦੇ ਚਲੇ ਜਾਈਏ, ਫਲਾਣੇ ਪੀਰ ਪੈਗੰਬਰ ਦੇ ਚਲੇ ਜਾਈਏ, ਤੇ ਉਹਨਾਂ ਦੀ ਜਿਹੜੀ ਦੇਖਿਆ ਉਹਨਾਂ ਦਾ ਜੀਵਨ ਕੁਝ ਹੋਰ ਹੈ, ਤੇ ਫਤ ਮਾਲਕ ਜੀ ਤੁਹਾਡੀ ਬਰੋਬਰ ਤਾਂ ਉਹ ਨਹੀਂ ਕਰ ਸਕਦੇ ਹਨ।
ਤੁਹਾਡੇ ਬਰਾਬਰ ਹੋਰ ਕੋਈ ਨਹੀਂ ਹੈ। ਇਸ ਕਰਕੇ ਆਨ ਨਾ ਬੀਆ ਤੇਰੀ ਸਮਸਰ, ਤੁਹਾਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਜਿਵੇਂ ਆਪਾਂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤਲੰਗ ਰਾਗ ਵਿੱਚ ਬਚਨ ਕਰਦੇ ਨੇ ਕਿ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਹੇ ਵਾਹਿਗੁਰੂ, ਜੋ ਸੰਸਾਰ ਵਿੱਚ ਹੋ ਰਿਹਾ, ਜੋ ਪਹਿਲਾਂ ਹੋਇਆ ਹੈ, ਵਰਤਮਾਨ ਸਮੇਂ ਵਿੱਚ ਹੋ ਰਿਹਾ ਹੈ ਅਤੇ ਅਗਲੇ ਸਮੇਂ ਵਿੱਚ ਹੋਵੇਗਾ, ਵਾਹਿਗੁਰੂ ਇਹ ਤੇਰੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਤੂੰ ਹੀ ਸਭ ਕੁਝ ਕਰਨ ਵਾਲਾ ਹੈ। ਇਸ ਕਰਕੇ ਤੇਰੇ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ। ਜੋ ਤੂੰ ਕਰਦਾ ਉਹੀਓ ਹੁੰਦਾ ਹੈ, ਕਿਉਂਕਿ ਤੇਰਾ ਹੁਕਮ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੁਮ ਮੈਂ ਕਹਿ ਨਾ ਕੋਏ। ਤੇਰਾ ਹੁਕਮ ਚੱਲ ਰਿਹਾ, ਤੇਰਾ ਸਾਰਿਆਂ ਉੱਤੇ ਹੁਕਮ ਵਰਤ ਰਿਹਾ। ਇਸ ਕਰਕੇ ਮਾਲਕ ਜੀ, ਜੋ ਤੂੰ ਕਰਦਾ ਤਾਂ ਉਹੀਓ ਹੋ ਰਿਹਾ ਹੈ, ਤੇਰੇ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ। ਇਸ ਕਰਕੇ ਉਹ ਵਾਹਿਗੁਰੂ ਦਾ ਸਭ ਤੋਂ ਪਹਿਲਾ ਸਰੂਪ ਹੈ ਕਿ ਉਹ ਸੱਚਾ ਹੈ। ਸੰਸਾਰ ਜਿੰਨਾ ਵੀ ਹੈ, ਜਿੰਨੇ ਵੀ ਆਪਾਂ ਸੰਸਾਰ ਜੀਵ ਜੰਤੂ ਦੇਖ ਰਹੇ ਹਾਂ, ਵੱਡੇ ਵੱਡੇ ਪਰਬਤ ਦੇਖ ਰਹੇ ਹਾਂ, ਵੱਡੇ ਵੱਡੇ ਜੰਗਲ ਦੇਖ ਰਹੇ ਹਾਂ ਗੁਰੂ ਸਵਾਰੇ, ਵੱਡੀਆਂ ਵੱਡੀਆਂ ਨਦੀਆਂ ਦੇਖ ਰਹੇ ਹਾਂ, ਸਮੁੰਦਰ ਦੇਖ ਰਹੇ ਹਾਂ, ਜੋ ਵੀ ਆਪਾਂ ਦੇਖ ਰਹੇ ਹਾਂ ਇਹ ਸਾਰਾ ਉਸ ਮਾਲਕ ਦਾ ਪੈਦਾ ਕੀਤਾ ਹੋਇਆ, ਅਤੇ ਛਿਣ ਮਾਤਰ ਦੇ ਵਿੱਚ ਵਾਹਿਗੁਰੂ ਪੈਦਾ ਕਰ ਦਿੰਦਾ ਅਤੇ ਖਿਣ ਮਾਤਰ ਦੇ ਵਿੱਚ ਹੀ ਵਾਹਿਗੁਰੂ ਖਤਮ ਕਰ ਦਿੰਦਾ। ਇੰਨੀ ਤਾਕਤ ਦਾ ਮਾਲਕ ਹੈ। ਇਸ ਕਰਕੇ ਉਹ ਵਾਹਿਗੁਰੂ ਹੀ ਸਾਰੀਆਂ ਇਸ ਕੁਦਰਤ ਨੂੰ ਬਣਾ ਕੇ, ਕੁਦਰਤ ਸਿਰਜ ਕੇ, ਇਸ ਕੁਦਰਤ ਦੇ ਵਿੱਚ ਵਾਹਿਗੁਰੂ ਪਰਮਾਤਮਾ ਆਪ ਸਮਾ ਗਿਆ। ਤਾਈਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਪਜੀ ਸਾਹਿਬ ਦੀ ਪਾਵਨ ਬਾਣੀ 'ਚ ਬਚਨ ਕਰ ਦਿੱਤੇ। ਸਤਿਗੁਰੂ ਨੂੰ ਪੁੱਛਿਆ, ਕੁਦਰਤ ਬਾਬਤ ਦੱਸੋ, ਕੁਦਰਤ ਕੀ ਹੈ? ਅਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕੁਦਰਤ ਕਵਣ ਕਹਾ ਵਿਚਾਰ, ਬਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕਈ ਵਾਰੀ ਆਪਾਂ ਅਣਜਾਣਪੁਣੇ ਵਿੱਚ ਜੋ ਤੁਧ ਭਾਵੈ ਸਾਈ ਭਲੀ ਕਰ ਸਾਈਂ ਪੜ੍ਹ ਜਾਂਦੇ ਨੇ। ਸਾਈਂ ਅਤੇ ਸਾਈ ਦਾ ਜ਼ਮੀਨ ਆਸਮਾਨ ਦਾ ਫਰਕ ਹੈ। ਜੇ ਬਿੰਦੀ ਦੇ ਇੱਥੇ ਸਾਈਂ ਪੜ੍ਹਾਂਗੇ ਫਿਰ ਸਾਈਂ ਦਾ ਅਰਥ ਲੱਗਣਾ ਪਰਮੇਸ਼ਰ। ਇੱਥੇ ਅਰਥ ਬਣਨੇ ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਵਾਹਿਗੁਰੂ, ਜੋ ਤੈਨੂੰ ਭਾਉਂਦਾ ਤੂੰ ਭਲਾ ਹੀ ਕਰੇਗਾ, ਤੇਰੀ ਰਜਾ ਹੈ। ਇੱਥੇ ਰਜਾ ਦੀ ਗੱਲ ਕੀਤੀ ਗਈ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦੀਵੀ ਕੱਲ ਸਲਾਮਤ ਰਹਿਣ ਵਾਲਾ ਹੈ। ਸੰਸਾਰ ਵਿੱਚ ਜੀਵ ਜੰਮਦੇ ਨੇ, ਮਰਦੇ ਨੇ, ਫਿਰ ਜੰਮਦੇ, ਫਿਰ ਮਰਦੇ ਨੇ। ਤੇਰੇ ਮਾਲਕ ਜੀ, ਤੂੰ ਸਦੀਵੀ ਕਾਲ ਹੀ ਰਹਿਣ ਵਾਲਾ, ਤੂੰ ਕਦੇ ਖਤਮ ਹੋਣ ਵਾਲਾ ਨਹੀਂ ਹੈ। ਕਿਉਂਕਿ ਤੇਰੇ ਹੁਕਮ ਦੇ ਵਿੱਚ ਜੰਮਣ ਮਰਨ ਹੈ। ਜਪਜੀ ਸਾਹਿਬ ਦੀ ਪਾਵਨ ਬਾਣੀ ਆਪਾਂ ਪੜ੍ਹਦੇ ਹਾਂ। ਸਤਿਗੁਰੂ ਕਹਿੰਦੇ ਨੇ, ਆਖਣ ਜੋਰ ਚੁਪੈ ਨਹਿ ਜੋਰ, ਜੋਰ ਨ ਮੰਗਣ ਦੇਣ ਨ ਜੋਰ, ਜੋਰ ਨ ਜੀਵਨ ਮਰਨ ਨਹਿ ਜੋਰ, ਜੋਰ ਨ ਰਾਜ ਮਾਲ ਮਨ ਸੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਅਤੇ ਜ਼ੋਰ ਕਿਹਦੇ ਹੱਥ ਹੈ? ਉਹ ਪਰਮਾਤਮਾ ਦੇ ਹੱਥ ਹੈ। ਉਹ ਵਾਹਿਗੁਰੂ ਦੇ ਹੱਥ ਸਭ ਕੁਝ ਹੈ। ਉਹ ਵਾਹਿਗੁਰੂ ਹੀ ਸਭ ਕੁਝ ਕਰਨ ਵਾਲਾ ਹੈ। ਇਸ ਕਰਕੇ ਉਹ ਵਾਹਿਗੁਰੂ ਆਪ ਕਰਤਾ, ਆਪ ਭੁਗਤਾ, ਆਪ ਕਾਰਨ ਕੀਆ। ਕੋਈ ਨਾ ਕੋਈ ਉਹ ਕਾਰਨ ਬਣਾਉਂਦਾ ਅਤੇ ਗੁਰੂ ਸਵਾਰੇ ਫਿਰ ਜਦੋਂ ਸੰਸਾਰ 'ਚੋਂ ਕਿਸੇ ਨੂੰ ਲੈ ਕੇ ਜਾਣਾ ਹੁੰਦਾ ਹੈ, ਜਿਸ ਦਾ ਸਮਾਂ ਪੂਰਾ ਹੋ ਗਿਆ, ਮਨੁੱਖ ਦਾ ਕੋਈ ਨਾ ਕੋਈ ਕਾਰਨ ਬਣਦਾ ਸੰਸਾਰ ਤੋਂ ਜਾਣ ਦਾ। ਆਪਾਂ ਕਹਿੰਦੇ ਫਲਾਣੇ ਨੂੰ ਹਾਰਟ ਅਟੈਕ ਹੋ ਗਿਆ ਜੀ,
ਫਲਾਣੇ ਦਾ ਐਕਸੀਡੈਂਟ ਹੋ ਗਿਆ, ਫਲਾਣਾ ਬਿਮਾਰੀ ਨਾਲ ਜੂਝ ਰਿਹਾ ਸੀ। ਇਹ ਕਹਿਣ ਦੀਆਂ ਗੱਲਾਂ ਨੇ, ਪਰ ਹੈ ਉਸ ਮਾਲਕ ਦਾ ਹੁਕਮ ਸੀ। ਕੋਈ ਕਾਰਨ ਬਣਾਇਆ, ਕਾਰਨ ਬਣਾ ਕੇ ਪਰਮਾਤਮਾ ਲੈ ਗਿਆ। ਕਿਸੇ ਦਾ ਜ਼ੋਰ ਨਹੀਂ ਉੱਥੇ ਚੱਲਦਾ, ਤੇ ਜ਼ੋਰ ਚੱਲਦਾ ਪਰਮਾਤਮਾ। ਪਰਮਾਤਮਾ ਚਾਹਵੇ, ਵਾਹਿਗੁਰੂ ਚਾਹਵੇ, ਮੁਰਦਿਆਂ ਨੂੰ ਜਿਉਂਦਾ ਕਰ ਸਕਦਾ, ਤੇ ਵਾਹਿਗੁਰੂ ਚਾਹਵੇ ਜਿਉਂਦਿਆਂ ਨੂੰ ਮੁਰਦਾ ਬਣਾ ਸਕਦਾ ਹੈ। ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ, ਉਹਦੇ ਹੱਥ ਵਿੱਚ ਹੈ ਸਾਰੀ ਤਾਕਤ। ਇਸ ਕਰਕੇ ਉਹ ਵਾਹਿਗੁਰੂ ਸੱਚਾ ਹੈ। ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਵਾਹਿਗੁਰੂ ਸਾਚਾ ਸੱਚ ਸੋਈ, ਸਾਰੀਆਂ ਥਾਵਾਂ 'ਤੇ ਉਹ ਸੱਚਾ ਵਾਹਿਗੁਰੂ ਹੈ। ਅਵਰ ਨਾ ਕੋਈ, ਕਹਿੰਦੇ ਉਹ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ ਹੈ। ਜਿਨ ਸਿਰਜੀ ਤਿੰਨ ਹੀ ਫੁਨ ਗੋਈ। ਜਿਸ ਮਾਲਕ ਨੇ ਇਹ ਸ੍ਰਿਸ਼ਟੀ ਸਿਰਜਣਾ ਕੀਤੀ ਹੈ, ਸੰਸਾਰ ਬਣਾਇਆ, ਦੁਨੀਆ ਬਣਾਈ ਹੈ, ਫਿਰ ਵਾਹਿਗੁਰੂ ਤਿੰਨ ਹੀ ਫੁਨ ਗੋਈ। ਉਹ ਵਾਹਿਗੁਰੂ ਹੀ ਗੁਰੂ ਸਵਾਰੇ, ਫਿਰ ਇਸ ਧਰਤੀ ਨੂੰ ਖਤਮ ਕਰਨ ਵਾਲਾ। ਇਸ ਕੁਦਰਤ ਨੂੰ ਉਹਦੀ ਬਣਾਈ ਹੋਈ ਕੁਦਰਤ ਹੈ, ਅਤੇ ਕੁਦਰਤ ਨੂੰ ਆਪ ਹੀ ਉਹ ਮੁਕਾਉਣ ਵਾਲਾ ਹੈ। ਪਰ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਜੀਵਾਂ ਦੀ ਲੈਤਾ ਕਰਦਾ ਹੈ। ਇੰਨੀ ਤਾਕਤ ਦਾ ਉਹ ਮਾਲਕ ਹੈ। ਇਸ ਕਰਕੇ ਉਹ ਵਾਹਿਗੁਰੂ ਸਮਰੱਥ ਹੈ, ਸਰਵ ਸ਼ਕਤੀਮਾਨ ਹੈ। ਅਤੇ ਆਪਾਂ ਨੂੰ ਕੀ ਕਰਨਾ ਚਾਹੀਦਾ? ਜਿਹੜਾ ਮਾਲਕ ਇੰਨੀ ਤਾਕਤ ਦਾ ਮਾਲਕ ਹੈ, ਜਿਹਦੇ ਹੱਥ ਵਿੱਚ ਡੋਰੀ ਹੈ ਸਾਡੇ ਜੀਵਾਂ ਦੀ, ਉਸ ਮਾਲਕ ਦੇ ਬਾਬਤ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ? ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ, ਜਿਉਂ ਭਾਵੈ ਤਿਉਂ ਰਾਖੋ ਰਹਿਣਾ, ਤੁਮ ਸਿਉ ਕਿਆ ਮੁਕਰਾਈ ਹੈ। ਸਤਿਗੁਰੂ ਕਹਿੰਦੇ ਨੇ ਕਿ ਭਾਈ ਜਿਸ ਤਰ੍ਹਾਂ ਇਸ ਤਰ੍ਹਾਂ ਮਾਲਕ ਦੇ ਚਰਨਾਂ 'ਚ ਬੇਨਤੀ ਕਰੋ ਕਿ ਵਾਹਿਗੁਰੂ ਜਿਵੇਂ ਤੂੰ ਸਾਨੂੰ ਤੈਨੂੰ ਭਾਉਂਦਾ ਚੰਗਾ ਲੱਗਦਾ, ਅਸੀਂ ਤੇਰੀ ਰਜ਼ਾ ਵਿੱਚ ਹੀ ਰਹਿਣਾ ਹੈ, ਤੇਰੇ ਹੁਕਮ ਦੀ ਆਪਾਂ ਪਾਲਣਾ ਕਰਨੀ ਹੈ, ਤੇਰੇ ਹੁਕਮ ਤੋਂ ਆਪਾਂ ਬਾਹਰ ਹੀ ਨਹੀਂ ਜਾਣਾ। ਤੇਰੇ ਨਾਲ ਆਪਾਂ ਵਾਅਦਾ ਕਰਕੇ ਕਿਵੇਂ ਮੁੱਕਰ ਸਕਦੇ ਹਾਂ? ਭਾਵ ਤੂੰ ਸਮਰੱਥ ਹੈ, ਸਰਬ ਸ਼ਕਤੀਮਾਨ ਹੈ, ਤੇਰੇ ਅੱਗੇ ਸਾਡਾ ਜ਼ੋਰ ਨਹੀਂ ਚੱਲ ਸਕਦਾ ਹੈ। ਪੰਜਵੇਂ ਗੁਰ ਦੇ ਮਹਾਰਾਜ ਦੇ ਆਪਾਂ ਬਚਨ ਪੜ੍ਹਦੇ ਹਾਂ। ਸਤਿਗੁਰੂ ਸੂਹੀ ਰਾਗ ਵਿੱਚ ਬਚਨ ਕਰਦੇ ਨੇ ਕਿ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ, ਆਪੇ ਕਰਨੈ ਹਾਰਾ, ਚਰਨ ਧੂੜ ਤੇਰੀ ਸੇਵਕ ਮੰਗੈ, ਤੇਰੇ ਦਰਸ਼ਨ ਕੋ ਬਲਿਹਾਰਾ। ਮੇਰੇ RAM ਰਾਏ, ਜਿਉਂ ਰਾਖੈ ਤਿਉਂ ਰਹੀਐ, ਤੁਧ ਭਾਵੈ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਹੀਐ। ਅਗਲੀਆਂ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਤੁਧ ਭਾਵੈ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਹੀਐ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਹੇ। ਤਾਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸਰਦਾ ਲਾਏ, ਸਿਮਰ 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 ਨਾਮ ਜੀਵਾ, ਤਨ ਮਨ ਹੋਏ ਨਿਹਾਲਾ, ਚਰਨ ਕਮਲ ਤੇਰੇ ਧੋਏ ਧੋਏ ਪੀਵਾ, ਮੇਰੇ ਸਤਿਗੁਰ ਦੀਨ ਦਿਆਲਾ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਹੇ ਵਾਹਿਗੁਰੂ ਮੈਂ ਉਸ ਵੇਲੇ ਤੋਂ ਸਮੇਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਕਿਹੜਾ ਵੇਲਾ? ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜੇ ਤੁਮਰੇ ਦੁਆਰੇ ਆਇਆ, ਜਿਸ ਵੇਲੇ ਜਿਸ ਸਮੇਂ ਮੈਂ ਤੇਰੇ ਦਰ 'ਤੇ ਚੱਲ ਕੇ ਆਇਆ। ਨਾਨਕ ਕੋ ਪ੍ਰਭ ਭੇ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਨਾਨਕ ਉੱਤੇ ਪ੍ਰਭੂ ਨੇ ਬੜੀ ਕਿਰਪਾ ਕੀਤੀ, ਰਹਿਮਤ ਕੀਤੀ।
ਉਸ ਪ੍ਰਭੂ ਦੀ ਕਿਰਪਾ ਦੇ ਨਾਨਕ ਨੇ ਸੂਰੇ ਸਤਿਗੁਰ ਨੂੰ ਪ੍ਰਾਪਤ ਕਰ ਲਿਆ, ਜਿਹਦੇ ਰਾਹੀਂ ਪ੍ਰਭੂ ਪਰਮਾਤਮਾ ਨਾਲ ਇੱਕਮਿਕ ਹੋ ਸਕੀ। ਇਸ ਕਰਕੇ ਗੁਰੂ ਸਵਾਰਿਓ, ਉਹ ਵਾਹਿਗੁਰੂ ਦਾ ਹੁਕਮ ਹੈ, ਜੋ ਉਹ ਕਰਦਾ ਮੇਰੇ ਰਾਮ ਮਹਾਰਾਜ ਜੀ ਨੂੰ ਰਾਖਿਆ ਤਿਉ ਨਹੀਂ। ਉਹਦੇ ਹੁਕਮ ਵਿੱਚ ਰਜਾ ਵਿੱਚ ਆਪਾਂ ਰਹਿਣਾ ਹੈ। ਜਿਉਂ ਭਾਵ ਹੈ ਤਿਉਂ ਰਾਖ ਹੋ ਰਹਿਣਾ, ਤੁਮ ਸਿਓ ਕਿਆ ਮੁਕਰਾਈ ਹੈ। ਹੇ ਵਾਹਿਗੁਰੂ, ਤੇਰੀ ਰਜਾ ਵਿੱਚ ਆਪਾਂ ਰਹਿਣਾ ਹੈ ਤੇ ਉਹ ਹੁਕਮ ਦੀ ਆਪਾਂ ਪਾਲਣਾ ਕਰਨੀ ਹੈ। ਤੁਹਾਡੇ ਨਾਲ ਅਸੀਂ ਕਿਸੇ ਪ੍ਰਕਾਰ ਦੀ ਚਤੁਰਾਈ ਨਹੀਂ ਕਰ ਸਕਦੇ, ਤੁਹਾਡੇ ਅੱਗੇ ਕੋਈ ਸਿਆਣਪ ਨਹੀਂ ਚੱਲ ਸਕਦੀ ਹੈ, ਕਿਉਂਕਿ ਜਿੰਨੀ ਵੀ ਕੋਈ ਸਾਨੂੰ ਆਪ ਜੀ ਨੇ ਸਿਆਣਪ ਬਖਸ਼ੀ ਹੈ, ਜੋ ਹਰ ਇੱਕ ਮਨੁੱਖ ਦੇ ਕੋਲ, ਮਨੁੱਖ ਦਾਨਾ ਹੈ, ਮਨੁੱਖ ਸਿਆਣਾ ਹੈ, ਮਨੁੱਖ ਨੇ ਤਰੱਕੀ ਕੀਤੀ ਹੈ, ਚੰਦਰਮਾ ਤੱਕ ਮਨੁੱਖ ਨੇ ਪਹੁੰਚ ਕੀਤੀ, ਪਰ ਇਹ ਜਿਹੜੀ ਅਕਲ ਹੈ, ਇਹ ਅਕਲ ਗੁਰੂ ਸਵਾਰੇ ਪਰਮਾਤਮਾ ਪਾਸੋਂ ਸਾਨੂੰ ਬਖਸ਼ੀ ਗਈ ਹੈ। ਵਾਹਿਗੁਰੂ ਨੇ ਜੇ ਕਿਰਪਾ ਕੀਤੀ ਹੈ ਨਾ, ਦਿਮਾਗ ਪਰਮਾਤਮਾ ਨੇ ਬਖਸ਼ਿਆ। ਕਈ ਵਾਰੀ ਐਸਾ ਵੀ ਹੁੰਦਾ ਹੈ ਕਿ ਵੱਡੇ ਵੱਡੇ ਦਾਨੇ, ਵੱਡੇ ਵੱਡੇ ਸਿਆਣੇ ਪੁਰਸ਼ ਜਿਹੜੇ ਨੇ, ਉਹ ਗੁਰੂ ਸਰਿਓ ਕਈ ਵਾਰੀ ਉਹ ਮਸਤਾਨੇ ਹੋ ਜਾਂਦੇ ਨੇ, ਝੱਲੇ ਹੋ ਜਾਂਦੇ, ਬੌਰੇ ਹੋ ਜਾਂਦੇ ਨੇ, ਅਤੇ ਬੌਰਿਆਂ ਨੂੰ ਪਰਮਾਤਮਾ ਗੁਰੂ ਸਰੇ ਵਿਦਵਾਨ ਬਣਾ ਦਿੰਦਾ ਹੈ। ਇਹ ਸਾਰੀਆਂ ਖੇਡਾਂ ਉਸ ਮਾਲਕ ਦੀਆਂ ਨੇ। ਆਪਾਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ ਨਾ, ਰਾਜਾ ਸਰਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋਂ ਚੇਰੀ, ਹਸਤੋ ਜਾਏ ਸੋ ਰੋਬਤ ਆਵੈ, ਰੋਬਤ ਜਾਏ ਸੋ ਹਸੈ, ਬਸਤੋ ਹੋਏ ਹੋਏ ਸੋ ਊਜੜ, ਊਜੜ ਹੋਏ ਸੋ ਬਸੈ। ਭਗਤ ਕਬੀਰ ਜੀ ਦੇ ਬਚਨ ਨੇ। ਕਹਿੰਦੇ ਪਰਮਾਤਮਾ ਤੇਰੀਆਂ ਖੇਡਾਂ ਤੂੰ ਹੀ ਜਾਣਦਾ, ਤੂੰ ਰੋਂਦਿਆਂ ਨੂੰ ਹਸਾ ਦਿੰਦਾ ਅਤੇ ਹੱਸਦਿਆਂ ਨੂੰ ਰਵਾ ਦਿੰਦਾ ਹੈ, ਅਤੇ ਬਸਦਿਆਂ ਨੂੰ ਉਜਾੜ ਦਿੰਦਾ ਅਤੇ ਉਜੜਿਆਂ ਹੋਇਆਂ ਨੂੰ ਵਸਾ ਦਿੰਦਾ ਹੈ। ਅਤੇ ਐਡਾ ਉਹ ਸਮਰੱਥ ਹੈ, ਸਰਬ ਸ਼ਕਤੀਮਾਨ ਹੈ। ਇਸ ਕਰਕੇ ਉਸ ਮਾਲਕ ਦੇ ਅੱਗੇ ਸਾਡਾ ਜ਼ੋਰ ਨਹੀਂ ਚੱਲ ਸਕਦਾ ਹੈ। ਆਪ ਉਪਾਏ ਆਪ ਖਪਾਏ, ਆਪੇ ਸਿਰ ਸਿਰ ਧੰਦੈ ਲਾਏ। ਆਪ ਉਪਾਏ, ਆਪ ਹੀ ਜੀਵਾਂ ਨੂੰ ਪੈਦਾ ਕਰਦਾ, ਉਪਾਦਰਿਕਾ ਦੱਸ ਦਿੰਦਾ ਹੈ। ਫਿਰ ਆਪ ਹੀ ਜੀਵ ਨੂੰ ਗੁਰੂ ਸਰ ਇਸ ਤਰ੍ਹਾਂ ਵਿਸ਼ੇ ਵਿਕਾਰਾਂ ਵਿੱਚ ਖਪਾ ਦਿੰਦਾ ਹੈ, ਗਲਤਾਨ ਕਰ ਦਿੰਦਾ ਹੈ, ਅਤੇ ਆਪੇ ਸਿਰ ਸਿਰ ਧੰਦਾ ਲਾਏ। ਆਪ ਹੀ ਵਾਹਿਗੁਰੂ ਨੇ ਹਰ ਇੱਕ ਜੀਵ ਨੂੰ ਧੰਦਿਆਂ ਵਿੱਚ ਲਾਇਆ, ਆਹਾਰਾਂ ਵਿੱਚ ਲਾਇਆ ਹੋਇਆ ਹੈ। ਹਰ ਇੱਕ ਮਨੁੱਖ ਆਪਣੀ ਪੇਟ ਦੀ ਪੂਰਤੀ ਲਈ, ਪਰਿਵਾਰ ਦੀ ਪਾਲਣਾ ਪੋਸ਼ਣਾ ਦੇ ਲਈ ਮਨੁੱਖ ਆਹਾਰ ਕਰਦਾ ਹੈ, ਜ਼ਰੂਰੀ ਹੈ। ਸਾਡੇ ਗੁਰੂ ਸਾਹਿਬਾਨ ਜੀ ਕਿਰਤੀ ਸੀ, ਅਤੇ ਸਤਿਗੁਰੂ ਨੇ ਆਖਿਆ ਕਿ ਸਿੱਖ ਵੀ ਸਾਡਾ ਕਿਰਤੀ ਹੋਣਾ ਚਾਹੀਦਾ। ਜਿਹੜਾ ਸਿੱਖ ਵਿਹਲੜ ਹੈ ਨਾ, ਉਹਦੇ ਉੱਤੇ ਗੁਰੂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਨਹੀਂ ਹੁੰਦੀਆਂ। ਸਾਨੂੰ ਗੁਰਬਾਣੀ ਦੱਸਦੀ ਹੈ, ਗੁਰ ਇਤਿਹਾਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਉਹ ਸਮਾਂ ਯਾਦ ਕਰੋ ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਲਵੇ ਦੇ ਇਲਾਕੇ ਵਿੱਚ ਦਮਦਮਾ ਸਾਹਿਬ ਦੀ ਧਰਤੀ 'ਤੇ ਵਿਰਾਜਮਾਨ ਨੇ। ਇੱਕ ਨੌਜਵਾਨ ਲੜਕਾ ਪਾਤਸ਼ਾਹ ਦੇ ਕੋਲ ਬੈਠਾ ਹੋਇਆ, ਗੁਰੂ ਕਲਗੀਧਰ ਪਾਤਸ਼ਾਹ ਨੂੰ ਪਿਆਸ ਲੱਗੀ ਹੈ। ਸਤਿਗੁਰੂ ਨੇ ਆਵਾਜ਼ ਦਿੱਤੀ ਕਿ ਸਿੰਘੋ ਜਲ ਛਕਾਵੋ, ਅਤੇ ਸਿੰਘ ਇੱਧਰ ਉੱਧਰ ਸੀ। ਕੁਦਰਤੀ ਤੌਰ 'ਤੇ ਉਸ ਸਮੇਂ ਗੁਰੂ ਕਲਗੀਧਰ ਪਾਤਸ਼ਾਹ ਦੇ ਨੇੜੇ ਕੋਈ ਸਿੰਘ ਨਹੀਂ ਸੀ। ਸਤਿਗੁਰੂ ਨੇ ਆਖਿਆ ਕਿ ਪਿਆਸ ਲੱਗੀ ਹੈ, ਜਲ ਛਕਾਵੋ। ਜੇ ਕੋਈ ਨੇੜੇ ਹੋਵੇ ਫਿਰ ਸੁਣੇ। ਕਹਿੰਦੇ ਨੇ ਉਹ ਨੌਜਵਾਨ ਲੜਕੇ ਨੇ ਕੀ ਕੀਤਾ, ਪਾਣੀ ਦਾ ਛੰਨਾ ਭਰਿਆ, ਗਲਾਸ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਅੱਗੇ ਭੇਟਾ ਕਰ ਦਿੱਤਾ। ਜੋ ਸਤਿਗੁਰੂ ਨੇ ਉਹ ਪਾਣੀ ਦਾ ਗਲਾਸ ਪਕੜਿਆ, ਸਤਿਗੁਰੂ ਜਲ ਛਕਣ ਲੱਗੇ, ਮੁੱਖ ਬੁੱਲ੍ਹਾਂ ਦੇ ਨਾਲ ਸਤਿਗੁਰੂ ਨੇ ਉਹ ਗਲਾਸ ਲਾਉਣਾ ਹੈ, ਅਤੇ ਨਿਗਾਹ ਪੈ ਗਈ ਨੌਜਵਾਨ ਲੜਕੇ ਦੇ ਹੱਥਾਂ ਉੱਤੇ, ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹ ਜਿਹੜਾ ਪਾਣੀ ਦਾ ਗਲਾਸ ਸੀ ਨਾ, ਉਹ ਸੁੱਟ ਦਿੱਤਾ। ਉਹ ਨੌਜਵਾਨ ਲੜਕਾ ਦੇਖ ਕੇ ਹੈਰਾਨ ਹੋ ਗਿਆ, ਇਹ ਕੀ? ਅਤੇ ਕਲਗੀਧਰ ਪਾਤਸ਼ਾਹ ਨੂੰ ਸਵਾਲ ਕੀਤਾ ਕਿ ਪਾਤਸ਼ਾਹ, ਇੱਕ ਪਾਸੇ ਆਪ ਕਹਿੰਦੇ ਮੈਨੂੰ ਪਿਆਸ ਲੱਗੀ ਹੈ,
ਦੂਜੇ ਪਾਸੇ ਪਾਤਸ਼ਾਹ ਜੀ ਆਪ ਜੀ ਨੇ ਇਹ ਜਲ ਨਹੀਂ ਛਕਣਾ ਕੀਤਾ, ਇਹਨੂੰ ਸੁੱਟ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਅਸੀਂ ਮੁਰਦੇ ਦੇ ਹੱਥੋਂ ਜਲ ਨਹੀਂ ਛਕਦੇ, ਮੁਰਦੇ ਦੇ ਹੱਥੋਂ ਜਲ ਨਹੀਂ ਛਕਦੇ। ਸਤਿਗੁਰੂ ਨੇ ਬਚਨ ਕੀਤੇ। ਸਤਿਗੁਰੂ ਮੈਂ ਤਾਂ ਜਿਉਂਦਾ, ਮੈਂ ਮੁਰਦਾ ਹਾਂ। ਸਤਿਗੁਰੂ ਕਹਿਣਾ ਜਿਹੜਾ ਦਸਾਂ ਨੋਹਾਂ ਦੀ ਕਿਰਤ ਨਹੀਂ ਕਰਦਾ, ਆਪਣੇ ਹੱਥਾਂ ਨਾਲੋਂ ਕੰਮ ਧੰਦਾ ਨਹੀਂ ਕਰਦਾ, ਅਸਲ ਜਿਉਂਦਾ ਵੀ ਉਹ ਮੁਰਦਿਆਂ ਦੀ ਨਿਆਈ ਹੈ। ਦੱਸ ਤੂੰ ਅੱਜ ਤੈਂ ਪਹਿਲਾਂ ਕੋਈ ਕੰਮ ਕੀਤਾ ਏ? ਇਹ ਕਲਗੀਧਰ ਪਾਤਸ਼ਾਹ ਘਰ ਵਿੱਚ ਬੜੀ ਬਖਸ਼ਿਸ਼ ਆਪ ਜੀ ਦੀ, ਨੌਕਰ ਚਾਕਰ ਨੇ। ਇਹ ਪਹਿਲਾ ਕੰਮ ਅੱਜ ਜ਼ਿੰਦਗੀ 'ਚ ਕੀਤਾ ਕਿ ਆਪ ਜੀ ਨੂੰ ਪਾਣੀ ਦਾ ਗਲਾਸ ਭਰ ਕੇ ਦੇਣਾ ਕੀਤਾ। ਕਲਗੀਧਰ ਪਾਤਸ਼ਾਹ ਕਹਿੰਦੇ ਨਹੀਂ, ਇਸੇ ਕਰਕੇ ਅਸੀਂ ਜਲ ਨਹੀਂ ਛਕਿਆ। ਸਿੱਖ ਨੇ ਦਸਾਂ ਨੋਹਾਂ ਦੀ ਕਿਰਤ ਕਰਨੀ ਹੈ, ਹੱਥਾਂ ਨਾਲ ਟਹਿਲ ਸੇਵਾ ਕਰਨੀ ਹੈ। ਜਿਹੜਾ ਆਪਣੇ ਹੱਥਾਂ ਨਾਲ ਕਿਰਤ ਕਰਦਾ ਫਿਰ ਉਹ ਸਿੱਖ ਸਾਡੇ ਦਰ 'ਤੇ ਪ੍ਰਵਾਨ ਹੈ, ਉਹਨੂੰ ਸਾਡੀਆਂ ਖੁਸ਼ੀਆਂ ਮਿਲਦੀਆਂ ਨੇ। ਇਹ ਸਾਨੂੰ ਗੁਰ ਇਤਿਹਾਸ ਵਿੱਚ ਸਿੱਖਿਆ ਮਿਲਦੀ ਹੈ, ਕਿਰਤ ਕਰਨੀ ਜ਼ਰੂਰੀ ਹੈ ਗੁਰੂ ਸਵਾਰਿਓ। ਇਸ ਕਰਕੇ ਉਹ ਵਾਹਿਗੁਰੂ ਨੇ ਹੀ ਆਪਣੇ ਜੀਵਾਂ ਨੂੰ ਪੈਦਾ ਕਰਕੇ ਆਹਾਰਾਂ ਵਿੱਚ ਲਾਇਆ ਹੋਇਆ ਹੈ। ਆਪ ਉਪਾਏ, ਆਪ ਹੀ ਕਹਿੰਦੇ ਪੈਦਾ ਕਰਦਾ, ਉਪਾਅ ਦੱਸਦਾ, ਆਪ ਹੀ ਕਹਿੰਦੇ ਫਿਰ ਕਹਿੰਦੇ ਖਪਾਏ, ਜੀਵ ਨੂੰ ਕਹਿੰਦੇ ਐਸਾ ਸੰਸਾਰ ਵਿੱਚ ਖਪਾ ਦਿੰਦਾ, ਵਿਸ਼ੇ ਵਿਕਾਰਾਂ ਵਿੱਚ ਜੀ ਗਲਤਾਨ ਹੋ ਜਾਂਦਾ, ਉਹਦੀਆਂ ਖੇਡਾਂ ਉਹੀ ਜਾਣਦਾ। ਐਸਾ ਖਪਤ ਹੋ ਜਾਂਦਾ ਜੀਵ ਕਿ ਜਿਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਿੱਥੋਂ ਆਇਆ ਹਾਂ, ਕਾਹਦੇ ਲਈ ਆਇਆ ਹਾਂ, ਕਰਨਾ ਕੀ ਹੈ ਅਤੇ ਕਰ ਕੀ ਰਿਹਾ ਹਾਂ। ਇਹਨੂੰ ਆਪਣੇ ਆਪ ਦੀ ਸੋਝੀ ਨਹੀਂ ਰਹਿੰਦੀ ਹੈ। ਇਹ ਵਾਹਿਗੁਰੂ ਨੇ ਆਪੇ ਖਪਾਇਆ ਹੋਇਆ ਹੈ, ਆਪੇ ਸਿਰ ਸਿਰ ਧੰਦਾ ਲਾਏ। ਹਰ ਇੱਕ ਜੀਵ ਨੂੰ ਉਸ ਮਾਲਕ ਨੇ, ਵਾਹਿਗੁਰੂ ਨੇ ਤੇ ਗੁਰੂ ਸਵਾਰੇ ਧੰਦਿਆਂ ਵਿੱਚ ਲਾਇਆ ਹੋਇਆ। ਕੋਈ ਦੁਕਾਨਦਾਰੀ ਕਰ ਰਿਹਾ, ਕੋਈ ਸੁਦਾਗਰੀ ਕਰ ਰਿਹਾ ਹੈ, ਕੋਈ ਕੁਝ ਕਰ ਰਿਹਾ, ਕੁਝ ਕਰ ਰਿਹਾ ਹੈ। ਇਹਨਾਂ ਆਹਾਰਾਂ ਵਿੱਚ ਉਹ ਜੀਵ ਨੂੰ ਪਰਮਾਤਮਾ ਵਾਹਿਗੁਰੂ ਨੇ ਹੀ ਲਾਇਆ ਹੋਇਆ ਹੈ। ਇਸ ਕਰਕੇ ਉਹ ਵਾਹਿਗੁਰੂ ਸਮਰੱਥ ਹੈ, ਸਰਬ ਸ਼ਕਤੀਮਾਨ ਹੈ। ਆਪੇ ਵਿਚਾਰੀ ਗੁਣਕਾਰੀ, ਆਪੇ ਮਾਰਗ ਲਾਈ ਹੈ। ਸਤਿਗੁਰੂ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਆਪੇ ਵਿਚਾਰੀ, ਵਿਚਾਰ ਕਰਨ ਵਾਲਾ। ਕਈ ਮਨੁੱਖਾਂ ਦਾ ਇਹ ਸੁਭਾਅ ਹੁੰਦਾ ਕਿ ਹਰ ਇੱਕ ਗੱਲ ਦੀ ਉਹ ਵਿਚਾਰ ਕਰਦੇ ਨੇ। ਕਿਸੇ ਕੋਲ ਵਿਚਾਰ ਥੋੜ੍ਹੀ ਹੁੰਦੀ ਹੈ, ਕਿਸੇ ਕੋਲ ਵੱਧ ਹੁੰਦੀ ਹੈ। ਜਿਹੜੀ ਇਹ ਗੁਣਾਂ ਦੀ ਵਿਚਾਰ ਕਰਨੀ, ਕਹਿੰਦੇ ਇਹ ਵਿਚਾਰ ਬਣ ਵੀ ਕਹਿੰਦੇ ਉਹ ਪਰਮਾਤਮਾ ਨੇ ਆਪ ਹੀ ਬਣਾਉਣਾ ਕੀਤੇ ਨੇ। ਉਹ ਵਾਹਿਗੁਰੂ ਹੀ ਬਖਸ਼ਿਸ਼ ਕਰਦਾ, ਫਿਰ ਹੀ ਵਿਚਾਰ ਹੋ ਸਕਦੀ ਹੈ। ਗੁਣਕਾਰੀ, ਗੁਣ ਵੀ ਉਹ ਵਾਹਿਗੁਰੂ ਆਪ ਹੀ ਪੈਦਾ ਕਰਦਾ। ਮਾਤਾ ਜੀ ਮਨ ਵਿੱਚ ਸੋਚੇ ਕਿ ਮੇਰੇ ਵਿੱਚ ਇੰਨੇ ਗੁਣ ਨੇ। ਸੱਚ ਜਾਣੇ ਗੁਰੂ ਸਵਰ, ਜੇ ਸਾਡੇ ਅੰਦਰ ਗੁਣ ਨੇ ਨਾ, ਜੇ ਮਨ 20 ਗੁਣ ਦੇ ਇੱਕ ਅੱਧਾ ਔਗਣ ਵੀ ਹੋਵੇਗਾ। ਪਰਮਾਤਮਾ ਵਿੱਚ ਸਾਰੇ ਗੁਣ ਨੇ, ਗੁਰੂ ਵਿੱਚ ਸਾਰੇ ਗੁਣ ਨੇ, ਕੋਈ ਔਗਣ ਨਹੀਂ ਹੈ। ਮਨੁੱਖ ਕੋਲ 1000 ਗੁਣ ਹੋਣ ਤੇ ਫਿਰ ਇੱਕ ਅੱਧਾ ਔਗਣ ਜ਼ਰੂਰ ਹੋਵੇਗਾ। ਰਾਵਣ ਸੀ, ਰਾਵਣ ਗੁਰੂ ਸਰੇ ਪਰਮਾਤਮਾ ਦਾ ਭਗਤ ਸੀ, ਪਰ ਔਗਣ ਆ ਗਿਆ ਹੰਕਾਰ। ਹੰਕਾਰ ਹੋਣ ਕਰਕੇ ਉਹੀ ਰਾਵਣ ਫਿਰ ਖਤਮ ਹੋ ਗਿਆ। ਕਵੀ ਤੁਲਸੀ ਜੀ ਲਿਖਦੇ ਨੇ, ਕਹਿੰਦੇ ਨੇ ਗੁਣ ਅਵਗਣ ਸਭ ਵਿਖੈ, ਇਨ ਵਿਦ ਜੰਤ ਨ ਕੋਏ, ਫੁੱਲ ਸੁਗੰਧ ਸੁੰਦਰ ਕਮਲ, ਪਰ ਕੰਟਕ ਵੀ ਹੋਏ। ਕਹਿੰਦੇ ਦੇਖੋ ਗੁਣ ਤੇ ਅਵਗੁਣ ਹਰ ਇੱਕ ਮਨੁੱਖ ਦੇ ਵਿੱਚ ਹੈ। ਇਹ ਤੋਂ ਬਿਨਾਂ ਕੋਈ ਜੀਵ ਜੰਤੂ ਨਹੀਂ ਹੈ। ਦੇਖੋ ਕਹਿੰਦੇ ਜਿਵੇਂ ਕਮਲ ਦੇ ਫੁੱਲ ਦੀ ਉਦਾਹਰਣ ਦੇਣਾ ਕੀਤੀ, ਕਹਿੰਦੇ ਫੁੱਲ ਸੁਗੰਧ ਸੁੰਦਰ ਕਮਲ, ਕਮਲ ਦਾ ਫੁੱਲ ਖਿੜਿਆ ਹੋਇਆ ਸੁਗੰਧੀ ਬਣਦਾ ਹੈ, ਬੜਾ ਸੁੰਦਰ ਦੇਖਣ ਨੂੰ ਲੱਗਦਾ। ਪਰ ਨਾਲ ਕਹਿੰਦੇ ਪਰ ਕੰਟਕ ਵੀ ਹੋਏ, ਕੰਡੇ ਵੀ ਲੱਗੇ ਹੋਏ ਨੇ। ਕਹਿੰਦੇ ਜੇ ਮਾਲੀ ਤੋੜਦਾ ਨਾ ਫੁੱਲਾਂ ਨੂੰ, ਤੇ ਤੋੜਨ ਵੇਲੇ ਉਹਦੇ ਹੱਥਾਂ ਉੱਤੇ ਕੰਡੇ ਵੱਜ ਜਾਂਦੇ ਨੇ।
ਤੇ ਫੁੱਲ ਦੀ ਉਦਾਹਰਣ ਦੇ ਕੇ ਦੱਸਿਆ ਕਿ ਮਨੁੱਖ ਮਤਾ ਮਨ ਵਿੱਚ ਤੂੰ ਆਪਣੇ ਗੁਣਾਂ ਦਾ ਮਾਣ ਕਰਨਾ। ਜਿਹੜੇ 3 ਗੁਣ ਬਖਸ਼ੇ ਨੇ ਇਹ ਪਰਮਾਤਮਾ ਨੇ ਬਖਸ਼ੇ ਨੇ, ਉਹਨੇ ਬੁੱਧੀ ਬਖਸ਼ੀ ਹੈ, ਫਿਰ ਤੇਰੇ ਅੰਦਰ ਇਹ ਗੁਣ ਪੈਦਾ ਹੋਏ ਨੇ। ਜੇ ਉਹ ਬੁੱਧੀ ਨਾ ਬਖਸ਼ੇ ਫਿਰ ਆਪਾਂ ਕਿੱਥੋਂ ਗੁਣ ਇਕੱਤਰ ਕਰ ਲਵਾਂਗੇ। ਇਸ ਕਰਕੇ ਉਹ ਵਾਹਿਗੁਰੂ ਆਪ ਹੀ ਵਿਚਾਰਵਾਨ ਹੈ, ਆਪ ਹੀ ਗੁਣਕਾਰੀ ਹੈ, ਆਪੇ ਮਾਰਗ ਲਾਈ ਹੈ। ਆਪ ਹੀ ਜੀਵਾਂ ਨੂੰ ਵਾਹਿਗੁਰੂ ਜੀਵਾਂ ਨੂੰ ਗੁਰੂ ਸਾਰੇ ਮਾਰਗ ਵਿੱਚ ਲਾਉਣ ਵਾਲਾ ਹੈ, ਰਸਤੇ ਤੋਰਨ ਵਾਲਾ ਹੈ। ਕੋਈ ਕੁਮਾਰਗ ਪਿਆ, ਕੋਈ ਮਾਰਗ ਤੇ ਪਿਆ ਹੋਇਆ ਹੈ। ਕੁਮਾਰਗ ਜਿਹੜਾ ਗੁਰੂ ਨੂੰ ਭੁੱਲ ਜਾਵੇ, ਪਰਮਾਤਮਾ ਨੂੰ ਵਿਸਾਰ ਕੇ ਇੱਧਰ ਉੱਧਰ ਸਾਰੇ ਭੈੜੇ ਕੰਮ ਕਰਦਾ ਹੋਵੇ, ਉਹ ਮਨ ਨੂੰ ਕੁਮਾਰਗ ਪਿਆ ਹੋਇਆ ਹੈ। ਜਿਹੜੇ ਗੁਰੂ ਦੇ ਬਚਨਾਂ ਨੂੰ ਕਮਾ ਕੇ ਚੱਲਦੇ ਨੇ, ਉਹ ਗੁਰੂ ਸਵਾਰੇ ਫਿਰ ਉਸ ਮਾਰਗ 'ਤੇ ਚੱਲ ਕੇ ਉਹ ਅਸਲੀ ਮਾਰਗ, ਸੱਚੇ ਮਾਰਗ 'ਤੇ ਚੱਲ ਕੇ ਫਿਰ ਉਹਨਾਂ ਨੂੰ ਆਪਣੇ ਨਾਲ ਵਾਹਿਗੁਰੂ ਮਿਲਾ ਲੈਂਦਾ ਹੈ। ਮਾਰਗ ਲਾਉਣ ਵਾਲਾ ਵੀ ਉਹੀ ਹੈ, ਗੁਣ ਪੈਦਾ ਕਰਨ ਵਾਲਾ ਵੀ ਉਹੀ ਹੈ, ਅਤੇ ਇਸ ਤਰ੍ਹਾਂ ਵਿਚਾਰ ਦੇਣ ਵਾਲਾ ਵੀ ਉਹੀ ਹੈ। ਕਿੰਨਿਆਂ ਨੂੰ ਵਿਚਾਰ ਦੇਣਾ ਕੀਤੀ, ਕਿੰਨਿਆਂ ਵਿੱਚ ਗੁਣ ਪੈਦਾ ਕੀਤੇ ਨੇ। ਬਹੁਤ ਸਾਰੇ ਸਾਨੂੰ ਇਤਿਹਾਸ ਤੋਂ ਹਵਾਲੇ ਮਿਲ ਜਾਂਦੇ ਨੇ। ਜੇ ਆਪਾਂ ਗੱਲ ਕਰੀਏ ਗੁਰੂ ਕਲਗੀਧਰ ਪਾਤਸ਼ਾਹ ਦੇ ਸਮੇਂ ਦੀ, ਜਿਹਦੇ ਵਿੱਚ ਮਨ 'ਚ ਹੰਕਾਰ ਆਇਆ, ਸਤਿਗੁਰੂ ਨੇ ਵੱਡੇ ਵੱਡੇ ਦਾ ਹੰਕਾਰ ਵੀ ਦੂਰ ਕੀਤਾ ਹੈ। ਲਾਲ ਚੰਦ ਨਾਮੇ ਇੱਕ ਪੰਡਤ ਆ ਗਿਆ, ਸਿੱਖ ਆ ਗਿਆ, ਬੜੀ ਸੋਹਣੀ ਢਾਲ ਸਤਿਗੁਰਾਂ ਲਈ ਤਿਆਰ ਕੀਤੀ ਹੈ। ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਅਰਪਣ ਕਰਨ ਲਈ ਅਨੰਦਪੁਰ ਸਾਹਿਬ ਪਹੁੰਚ ਗਿਆ। ਬੜਾ ਲੋਹਾ ਲਾਇਆ, ਮਜ਼ਬੂਤ ਬਣਾਉਣਾ ਕੀਤੀ। ਸਤਿਗੁਰ ਦਾ ਦਰਬਾਰ ਸਜਿਆ ਹੋਇਆ, ਸਾਹਮਣੇ ਇਸ ਲਾਲ ਚੰਦ ਨੂੰ ਆਉਂਦਿਆਂ ਨੂੰ ਵੇਖਿਆ। ਗੁਣ ਸੀ ਕਿ ਗੁਣ ਕਰਕੇ ਉਹਨੇ ਇੰਨੀ ਸੋਹਣੀ ਇਹ ਢਾਲ ਬਣਾਈ ਹੈ, ਇਹ ਗੁਣ ਸੀ। ਜਦੋਂ ਇਹ ਆ ਰਿਹਾ ਸਾਹਮਣੇ ਤੇ ਸਤਿਗੁਰ ਨੇ ਦੇਖ ਲਿਆ ਕਿ ਇਹਦੇ ਮਨ 'ਚ ਮਾਣ ਹੈ, ਹੰਕਾਰ ਹੈ ਕਿ ਮੇਰੀ ਢਾਲ ਬੜੀ ਸੋਹਣੀ ਬਣੀ ਹੈ, ਇਹੋ ਜਿਹੀ ਹੋਰ ਕੋਈ ਬਣਾ ਨਹੀਂ ਸਕਦਾ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਉਹ ਢਾਲ ਰੱਖ ਦਿੱਤੀ, ਮੱਥਾ ਟੇਕਿਆ। ਸਤਿਗੁਰੂ ਉਸ ਹੰਕਾਰ ਨੂੰ ਹੋਰ ਵਧਾ ਰਹੇ ਨੇ। ਸਤਿਗੁਰ ਨੇ ਉਹ ਢਾਲ ਚੁੱਕੀ, ਦੇਖਣ ਲੱਗ ਪਏ, ਕਹਿਣ ਲੱਗੇ ਵਾਹ ਜੀ ਲਾਲ ਚੰਦਾ, ਬੜੀ ਸੋਹਣੀ ਢਾਲ ਬਣਾਈ ਹੈ, ਬੜਾ ਲੋਹਾ ਲਾਣਾ ਕੀਤਾ ਹੈ। ਹਾਂਜੀ ਕਲਗੀਧਰ ਪਾਤਸ਼ਾਹ ਮਹਾਰਾਜ, ਬੜੀ ਮਿਹਨਤ ਕੀਤੀ ਮੈਂ, ਇਹ ਇੰਨੀ ਮਜ਼ਬੂਤ ਬਣਾ ਦਿੱਤੀ ਕਿ ਜਿਸ ਗੋਲੀ ਛੂੰਕਦੀ ਹੋਈ ਆਵੇ ਨਾ ਤੇ ਗੋਲੀ ਪਾਰ ਨਹੀਂ ਹੋ ਸਕਦੀ ਹੈ, ਗੋਲੀ ਪਾਰ ਨਹੀਂ ਹੋ ਸਕਦੀ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਲਾਲ ਚੰਦ, ਗੋਲੀ ਪਾਰ ਹੋ ਸਕਦੀ ਹੈ। ਨਹੀਂ ਸਤਿਗੁਰੂ, ਨਹੀਂ ਹੋ ਸਕਦੀ। ਸਤਿਗੁਰੂ ਕਹਿੰਦਾ ਠੀਕ ਹੈ, ਫਿਰ ਆਪਾਂ ਨਿਸ਼ਾਨਾ ਪਰਖਦੇ ਹਾਂ। ਸਤਿਗੁਰੂ ਨੂੰ ਚੈਲੰਜ ਕਰ ਦਿੱਤਾ। ਹੰਕਾਰ ਸੀ, ਹੰਕਾਰ ਵਧਿਆ ਹੋਇਆ ਸੀ। ਕਹਿਣ ਲੱਗਾ ਠੀਕ ਹੈ ਸਤਿਗੁਰੂ, ਨਿਸ਼ਾਨਾ ਪਰਖ ਲੈਂਦੇ ਹਾਂ। ਪਾਤਸ਼ਾਹ ਕਹਿਣ ਕੱਲ੍ਹ ਦਾ ਸਮਾਂ ਰੱਖਿਆ ਕਿ ਕੱਲ੍ਹ ਨੂੰ ਇਸ ਸਮੇਂ ਆ ਜਾਵੀਂ ਅਤੇ ਅਸੀਂ ਨਿਸ਼ਾਨਾ ਪਰਖਾਂ, ਦੇਖਦੇ ਹਾਂ ਤੇਰੀ ਢਾਲ ਮਜ਼ਬੂਤ ਹੈ ਜਾਂ ਸਾਡੀ ਗੋਲੀ ਤਿੱਖੀ ਹੈ। ਲਾਲ ਚੰਦ ਨੇ ਸਤਿਗੁਰੂ ਦਾ ਚੈਲੰਜ ਕਬੂਲ ਕੀਤਾ। ਪਰ ਜਦੋਂ ਗੁਰੂ ਸਵਾਰੇ ਇਹ ਆਪਣੇ ਕਮਰੇ ਵਿੱਚ ਗਿਆ ਨਾ, ਹੰਕਾਰ ਜਿਹੜਾ ਸੀ ਥੱਲੇ ਆਇਆ, ਮਨ ਸ਼ਾਂਤ ਹੋਇਆ। ਫਿਰ ਸੋਚਦਾ ਕਿ ਮਨਾ ਮੇਰੇ ਤੋਂ ਕੀ ਹੋ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮੈਂ ਸ਼ਰਤ ਲਾ ਕੇ ਆ ਗਿਆ। ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਚਾਹਣ ਉਹਨਾਂ ਦੀ ਗੋਲੀ ਛੂੰਕਦੀ ਹੋਈ ਆਕਾਸ਼ ਨੂੰ ਚੀਰ ਸਕਦੀ ਹੈ, ਉਸ ਤੱਕ ਪਹੁੰਚ ਸਕਦੀ। ਮੇਰੀ ਢਾਲ ਸਤਿਗੁਰਾਂ ਦੇ ਅੱਗੇ ਕੀ ਹੈ। ਤੇ ਗੁਰੂ ਸਵਾਰੇ ਉਸ ਸਮੇਂ ਹੁਣ ਸੋਚਾਂ ਵਿੱਚ ਪਿਆ ਕਿ ਕੀ ਕਰਾਂ। ਨਾਲ ਦੇ ਜਿਹੜੇ ਸਿੰਘ ਸੀ, ਸੰਗਤਾਂ ਆਈਆਂ, ਸਾਰੀਆਂ ਸੰਗਤ ਇਕੱਲੇ ਇਕੱਲੇ ਸਿੱਖਾਂ ਦੇ ਕੋਲ ਜਾ ਕੇ ਪਹੁੰਚਿਆ ਰਾਤੋਂ ਰਾਤ ਕਿ ਦੱਸੋ ਮੈਨੂੰ ਕੀ ਮੇਰਾ ਉਪਾਅ ਕਰਾਂ, ਮੇਰੇ ਤੋਂ ਵੱਡੀ ਗਲਤੀ ਹੋ ਗਈ ਹੈ, ਮੈਂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਇਸ ਤਰ੍ਹਾਂ ਆਖ ਕੇ ਆਇਆ ਹਾਂ। ਤੇ ਸਿੰਘ ਕਹਿਣ ਲੱਗੇ ਹੁਣ ਇੱਕੋ ਇੱਕ ਤਰੀਕਾ ਹੈ,
ਕਿ ਸਵੇਰ ਵੇਲੇ ਤੂੰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲੈ ਕੇ ਜਾ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰ, ਤੇ ਸਤਿਗੁਰੂ ਤੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਤੈਨੂੰ ਬਖਸ਼ ਦੇਣਗੇ। ਅਸੀਂ ਸਾਰੀਆਂ ਸੰਗਤਾਂ ਇਕੱਤਰ ਹੋ ਕੇ ਬੇਨਤੀ ਕਰਾਂਗੇ। ਤੇ ਹੋਇਆ ਜਦੋਂ ਸਵੇਰ ਰਾਤ ਵੇਲੇ ਅੰਮ੍ਰਿਤ ਵੇਲੇ ਉੱਠਿਆ, ਸਾਰੀ ਰਾਤ ਸੁੱਤਾ ਨਹੀਂ ਹੈ, ਅੰਮ੍ਰਿਤ ਵੇਲੇ ਸਮਾਂ ਹੋ ਗਿਆ, ਜਾਗਦੇ ਲੰਘ ਗਈ, ਤੇ ਉੱਠਿਆ, ਇਸ਼ਨਾਨ ਇਤਿਆਦਿ ਕੀਤਾ, ਤੇ ਕੜਾਹ ਪ੍ਰਸ਼ਾਦ ਦੀ ਦੇਗ ਬੜੀ ਸੁਚਮਤਾ ਨਾਲ ਕੀਤੀ ਹੈ ਸਾਰਾ, ਤੇ ਗੁਰੂ ਸਰ ਜਪਜੀ ਸਾਹਿਬ ਦਾ ਪਾਠ ਨਾਲ ਕੀਤਾ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋ ਗਈ। ਫਿਰ ਜਦੋਂ ਸਵੇਰ ਦਾ ਸਮਾਂ ਹੋਇਆ ਨਾ, ਜਿੱਥੇ ਢਾਲ ਚੁੱਕ ਕੇ ਲੈ ਕੇ ਆਇਆ ਸੀ, ਕੱਲ੍ਹ ਹੰਕਾਰ ਦੇ ਵਿੱਚ ਸੀ, ਅੱਜ ਦਸ਼ਮੇਸ਼ ਪਿਤਾ ਮਹਾਰਾਜ ਦਰਬਾਰ ਵਿੱਚ ਆ ਰਿਹਾ, ਤੇ ਸਤਿਗੁਰੂ ਦੇਖ ਕੇ ਮੁਸਕਰਾਉਂਦੇ ਨੇ, ਕਿਉਂਕਿ ਜਿਹੜਾ ਲਾਲ ਚੰਦ ਕੱਲ੍ਹ ਆਇਆ ਸੀ ਉਹ ਅੱਜ ਨਹੀਂ ਹੈ। ਕੱਲ੍ਹ ਵਾਲਾ ਲਾਲ ਚੰਦ ਤਾਂ ਹੰਕਾਰ ਨਾਲ ਭਰਿਆ ਹੋਇਆ ਸੀ, ਅਫਰਿਆ ਫਿਰਦਾ ਸੀ। ਜਿਹੜਾ ਅੱਜ ਆਇਆ ਹੈ, ਤੇ ਇਹ ਗੁਰੂ ਸਵਾਰਿਓ ਨਿਮਰਤਾ ਵਿੱਚ ਆ ਰਿਹਾ, ਸਤਿਗੁਰ ਤੇ ਦਰ ਤੋਂ ਬਖਸ਼ਾਂ ਪ੍ਰਾਪਤ ਕਰਨ ਲਈ ਆ ਰਿਹਾ, ਕੀਤੀ ਹੋਈ ਗਲਤੀ ਨੂੰ ਮਾਫ਼ ਕਰਨ ਵਾਸਤੇ ਆ ਰਿਹਾ ਹੈ, ਤੇ ਬਿਲਕੁਲ ਹੰਕਾਰ ਦੂਰ ਹੋ ਗਿਆ। ਤੇ ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਦੇ ਚਰਨਾਂ 'ਚ ਕੜਾਹ ਪ੍ਰਸ਼ਾਦ ਦੀ ਦੇ ਰੱਖੀ ਹੈ, ਤੇ ਅਰਦਾਸ ਬੇਨਤੀ ਸਤਿਗੁਰੂ ਕਹਿਣ ਲੱਗੇ, ਚੱਲ ਭਾਈ ਨਿਸ਼ਾਨਾ ਪਰ ਰੱਖੀਏ। ਸਾਹਮਣੇ ਖਲੋ ਢਾਲ ਲੈ ਕੇ, ਤੇ ਅਸੀਂ ਗੋਲੀ ਚਲਾਉਂਦੇ ਹਾਂ। ਸਤਿਗੁਰੂ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਮੇਰੀ ਢਾਲ ਆਪ ਜੀ ਦੀ ਗੋਲੀ ਦਾ ਮੁਕਾਬਲਾ, ਆਪ ਜੀ ਦੀ ਗੋਲੀ ਨੂੰ ਰੋਕ ਸਕੇ। ਸਤਿਗੁਰੂ ਗੋਲੀ ਤਾਂ ਇਸ ਢਾਲ ਨੂੰ ਚੀਰ ਕੇ ਕਿਤੇ ਚਲੇ ਜਾਵੇਗੀ, ਮੈਂ ਖਤਮ ਹੋ ਜਾਵਾਂਗਾ। ਪਾਤਸ਼ਾਹ, ਜੋ ਮੈਂ ਕੱਲ੍ਹ ਲਾਲ ਚੰਦ ਆਪ ਜੀ ਕੋਲ ਚੱਲ ਕੇ ਆਇਆ ਸੀ, ਉਹ ਲਾਲ ਚੰਦ ਅਹੰਕਾਰ ਨਾਲ ਭਰਿਆ ਹੋਇਆ ਸੀ। ਜਿਹੜਾ ਅੱਜ ਆਪ ਜੀ ਦੇ ਦਰ 'ਤੇ ਲਾਲ ਚੰਦ ਚੱਲ ਕੇ ਆਇਆ ਹੈ, ਇਹ ਲਾਲ ਚੰਦ ਬਿਲਕੁਲ ਅਹੰਕਾਰ ਤੋਂ ਰਹਿਤ ਹੈ। ਪਾਤਸ਼ਾਹ, ਮੇਰੇ ਵਿੱਚ ਸਤਿਗੁਰੂ ਤਾਕਤ ਨਹੀਂ ਹੈ ਕਿ ਆਪ ਜੀ ਦਾ ਸਾਹਮਣਾ ਕਰ ਸਕੇ। ਕਿਰਪਾ ਕਰੋ ਪਾਤਸ਼ਾਹ, ਜਿਹੜੀ ਮੇਰੇ ਤੋਂ ਗਲਤੀ ਹੋਈ ਹੈ, ਆਪ ਜੀ ਮੇਰੀ ਉਸ ਗਲਤੀ ਨੂੰ ਮਾਫ਼ ਕਰਨਾ ਕਰੋ, ਮੈਨੂੰ ਆਪਣੇ ਚਰਨਾਂ ਦਾ ਭੋਰਾ ਬਣਾਉਣਾ ਕਰੋ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਖਸ਼ਣਾ ਕੀਤਾ ਸੀ। ਸੋ ਕਹਿਣ ਦਾ ਭਾਵ ਹੈ ਗੁਰੂ ਸਵਾਰਿਓ, ਵਾਹਿਗੁਰੂ ਦੀਆਂ ਖੇਡਾਂ ਨੇ। ਜਦੋਂ ਮਨੁੱਖ ਦੇ ਅੰਦਰ ਗੁਣ, ਕੋਈ ਚੰਗਾ ਗੁਣ ਪੈਦਾ ਹੋ ਜਾਵੇ ਨਾ, ਤੇ ਮਨੁੱਖ ਉਸ ਗੁਣ ਨੂੰ ਪ੍ਰਾਪਤ ਕਰਕੇ ਕਹਿੰਦਾ ਕਿ ਮੈਂ ਵੱਡਾ ਵਿਦਵਾਨ ਹਾਂ, ਮੈਂ ਸੂਝਵਾਨ ਹਾਂ, ਮੈਂ ਅਕਲਵਾਨ ਹਾਂ। ਪਰ ਗੁਣ ਪੈਦਾ ਕਰਨ ਵਾਲਾ ਪਰਮਾਤਮਾ ਹੈ, ਜੇ ਵਿਚਾਰ ਪੈਦਾ ਕਰਨ ਵਾਲਾ ਪਰਮਾਤਮਾ ਹੈ, ਤੇ ਸੱਚੇ ਮਾਰਗ 'ਤੇ ਪਾਉਣ ਵਾਲਾ ਵੀ ਪਰਮਾਤਮਾ ਹੈ। ਇਸ ਕਰਕੇ ਉਸ ਮਾਲਕ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ। ਉਹ ਵਾਹਿਗੁਰੂ ਹੀ ਆਪ ਹੀ ਵਿਚਾਰਵਾਨ ਹੈ, ਆਪ ਹੀ ਗੁਣਕਾਰੀ ਹੈ, ਤੇ ਆਪੇ ਮਾਰਗ ਲਾਈ ਹੈ। ਆਪ ਹੀ ਵਾਹਿਗੁਰੂ ਜੀਵਾਂ ਨੂੰ ਸ਼੍ਰੇਸ਼ਟ ਮਾਰਗ 'ਤੇ ਲਾਉਣ ਵਾਲਾ ਹੈ। ਆਪੇ ਦਾਨਾ ਆਪੇ ਬੀਨਾ, ਆਪੇ ਆਪ ਉਪਾਏ ਪਤੀਨਾ। ਤੇ ਵਾਹਿਗੁਰੂ ਆਪੇ ਦਾਨਾ ਆਪੇ ਬੀਨਾ। ਦਾਨੀ ਤੋਂ ਅਰਥ ਸਿਆਣਾ, ਸਾਡੇ ਦਿਲਾਂ ਦੀ ਜਾਣਨ ਵਾਲਾ। ਉਹ ਵਾਹਿਗੁਰੂ ਆਪ ਹੀ ਸਾਡੇ ਦਿਲਾਂ ਦੀ ਜਾਣਨ ਵਾਲਾ। ਮਾਤਾ ਜਿੰਨਾ ਮਰਜ਼ੀ ਆਪਾਂ ਛੁਪਾਉਣ ਦੀ ਕੋਸ਼ਿਸ਼ ਕਰੀਏ, ਇਹ ਗੁਰੂ ਕਾਸੋਂ ਆਪਾਂ ਉਹਲਾ ਰੱਖ ਲਵਾਂਗੇ, ਗੁਰੂ ਸਾਹਿਬਾਨ ਨੂੰ ਆਪਣੀ ਆਹ ਗੱਲ ਦੇ ਉੱਤੇ ਪਰਦਾ ਪਵਾ ਲਵਾਂਗੇ, ਨਹੀਂ ਦੱਸਾਂਗੇ, ਤੇ ਪਰਦਾ ਨਹੀਂ ਗੁਰੂ ਸਰੇ ਪੈ ਸਕਦਾ। ਜੇ ਗੁਰੂ ਦੇ ਦਰ 'ਤੇ ਕੋ ਆ ਕੇ ਚਲਾਕੀਆਂ ਕਰੇ ਨਾ, ਕਿ ਮੈਂ ਚਲਾਕੀ ਦੇ ਨਾਲ ਸਤਿਗੁਰੂ ਦੇ ਦਰ ਤੋਂ ਮੈਂ ਨਿਕਲ ਜਾਵਾਂਗਾ, ਆਹ ਕਰ ਲਵਾਂਗਾ, ਤੇ ਗੁਰੂ ਦੇ ਦਰ 'ਤੇ ਇੱਕ ਵੀ ਸਿਆਣਪ ਨਹੀਂ ਚੱਲਦੀ ਹੈ। ਕਹਿੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇੱਕ ਸਿੱਖ ਚੱਲ ਕੇ ਆਇਆ ਸੰਗਤ ਦੇ ਜਥੇ ਨਾਲ, ਸਤਿਗੁਰ ਦੇ ਦਰ 'ਤੇ ਰਹਿਣ ਲੱਗ ਪਿਆ। ਤੇ ਸਤਿਗੁਰੂ, ਉਹਦਾ ਆਪਣੇ ਪਰਿਵਾਰ ਨਾਲ ਬੜਾ ਮੋਹ ਸੀ। ਕੁਝ ਦਿਨ ਰਿਹਾ, ਹਫ਼ਤਾ ਰਿਹਾ। ਹਫ਼ਤੇ ਬਾਅਦ ਫਿਰ ਸਤਿਗੁਰ ਤੋਂ ਆਗਿਆ ਮੰਗਣ ਲੱਗਿਆ ਕਿ ਪਾਤਸ਼ਾਹ ਕਿਰਪਾ ਕਰੋ, ਮੈਨੂੰ ਆਗਿਆ ਦੇਵੋ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਿੰਘਾ ਇੱਕ ਹਫ਼ਤਾ ਹੋਰ ਰਹਿਣਾ ਕਰ।
ਹੁਣ ਗੁਰੂ ਦਾ ਹੁਕਮ ਸੀ, ਹਫ਼ਤਾ ਮੰਨ ਲਿਆ। ਇੱਕ ਹਫ਼ਤਾ ਲੰਘਿਆ, ਫਿਰ ਆ ਗਿਆ ਕਿ ਪਾਤਸ਼ਾਹ ਹੁਣ ਆਗਿਆ ਦੇਵੋ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਿੰਘਾ 1 ਮਹੀਨਾ ਹੋਰ ਵੇਟ ਕਰਨਾ ਕਰ, 1 ਮਹੀਨਾ ਹੋਰ ਸੇਵਾ ਕਰ। ਉਹ ਜਿਹੜਾ ਇੱਕ ਹਫ਼ਤਾ ਨਹੀਂ ਕੱਢ ਸਕਦਾ ਸੀ, 15 ਦਿਨ ਹੋ ਗਏ ਨੇ, ਅੱਗੋਂ ਸਤਿਗੁਰ ਨੇ ਆਖਦਾ 1 ਮਹੀਨਾ ਹੋਰ। ਗੁਰੂ ਦਾ ਹੁਕਮ ਸੀ ਤੇ ਸਤਿਗੁਰ ਦਾ ਹੁਕਮ ਮੈਂ ਜਿਵੇਂ ਕਿਵੇਂ ਕਰਕੇ 1 ਮਹੀਨਾ ਕੱਢਿਆ। ਤੇ ਮਨ ਵਿੱਚ ਹੁਣ ਡਰ ਹੈ ਕਿ ਹੁਣ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਾਵਾਂਗਾ ਤੇ ਸਤਿਗੁਰ ਤੋਂ ਆਗਿਆ ਮਨ ਘਰ ਜਾਵਾਂਗਾ। ਕਿਤੇ ਇਹ ਨਾ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਮਨਾ ਕਰ ਦੇਣ, ਕਿਤੇ ਇਹ ਨਾ ਕਹਿ ਦੇਣ ਕਿ 2 ਮਹੀਨੇ ਹੋਰ ਉਡੀਕ ਕਰਨਾ ਕਰ। ਇਹ ਵਿਚਾਰ ਕਰਕੇ ਸਤਿਗੁਰ ਦੇ ਕੋਲ ਗਿਆ ਕਿ ਸਤਿਗੁਰੂ ਆਗਿਆ ਦੇਵੋ। ਤੇ ਪਾਤਸ਼ਾਹ ਕਹਿਣ ਲੱਗੇ 2 ਮਹੀਨੇ ਭਾਈ ਹੋਰ ਇੱਥੇ ਸੇਵਾ ਕਰਨਾ ਕਰ। ਗੱਲ ਤਾਂ ਕਿ ਅਸਲ 'ਚ ਕਾਰਨ ਕੀ ਸੀ? ਕਾਰਨ ਤਾਂ ਉਹਦੇ ਮਨ ਵਿੱਚ ਮੋਹ ਸੀ ਪਰਿਵਾਰ ਦੇ ਪ੍ਰਤੀ, ਉਹ ਮੋਹ ਕੱਢਣਾ ਸੀ ਪਾਤਸ਼ਾਹ ਨੇ। ਤੇ ਖੇਡ ਕੈਸੀ ਵਰਤੀ ਗੁਰੂ ਸਵਾਰਿਓ। ਹੁਣ ਬੜਾ ਸੋਚਾਂ ਵਿੱਚ ਪੈ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਦਿੱਤਾ ਕਿ 2 ਮਹੀਨੇ ਹੋਰ ਇੱਥੇ ਰਹਿਣਾ ਹੈ, ਹਾਲੇ ਨਹੀਂ ਘਰ ਜਾਣਾ, ਮੈਂ ਕੀ ਕਰਨਾ ਕਰਾਂ। ਤੇ ਸਤਿਗੁਰ ਨੇ ਹੁਕਮ ਕਰਤਾ ਕਿ ਅਨੰਦਪੁਰ ਸਾਹਿਬ ਤੋਂ ਸਿੱਖਾਂ ਨੂੰ ਕਹਿ ਦਿੱਤਾ, ਸਿੰਘਾਂ ਸੂਰਮਿਆਂ ਨੂੰ, ਕਿ ਭਾਈ ਇਹ ਜਿਹੜਾ ਸਿੱਖ ਹੈ ਅਨੰਦਪੁਰ ਸਾਹਿਬ ਦੀ ਹੱਦ ਪਾਰ ਨਾ ਕਰੇ, ਖਿਆਲ ਰੱਖਣਾ। ਪਤਾ ਕਿ ਪਾਤਸ਼ਾਹ ਨੂੰ ਭੱਜਣ ਵਾਲਾ ਭੱਜੇਗਾ। ਤੇ ਸਿੰਘਾਂ ਦੀ ਇਹ ਡਿਊਟੀ ਲਾ ਦਿੱਤੀ। ਹੁਣ ਇਹ ਨਾਲ ਦੇ ਸਾਥੀ ਨਾਲ ਵਿਚਾਰ ਕਰਦਾ ਕਿ ਹੁਣ ਕੀ ਕਰੀਏ, ਹੁਣ ਕੀ ਕਰੀਏ। ਸਤਿਗੁਰੂ ਨੇ ਤਾਂ ਆੜ ਤਕੜਾਈ ਕਰਾ ਦਿੱਤੀ, ਆਪਾਂ ਆਨੰਦਪੁਰ ਸਾਹਿਬ ਦੀ ਹੱਦ ਲੰਘ ਨਹੀਂ ਸਕਦੇ ਹਾਂ। ਅਤੇ ਕੀ ਕੀਤਾ ਜਾ ਸਕਦਾ, ਕਿਵੇਂ ਆਪਾਂ ਪਾਰ ਇੱਥੋਂ ਜਾਈਏ। ਸਾਡੇ ਬੱਚੇ ਨੇ, ਪਰਿਵਾਰ ਹੈ, ਅਸੀਂ ਪਰਿਵਾਰ ਨੂੰ ਜਾ ਕੇ ਮਿਲਣਾ ਹੈ। ਅਤੇ ਜਿਹੜਾ ਇਹ ਸਿੰਘ ਜਿਹੜਾ ਬੇਨਤੀ ਕਰਦਾ ਸੀ, ਨਾਲ ਦੇ ਸਾਥੀਆਂ ਨੂੰ ਕਹਿਣ ਲੱਗਿਆ, ਆਪਾਂ ਇੰਝ ਕਰਦੇ ਹਾਂ, ਮੈਂ ਮਰਨ ਦੀ ਐਕਟਿੰਗ ਕਰਦਾ ਹਾਂ, ਝੂਠ ਮੂਠ ਆਪਾਂ ਮਰ ਜਾਵਾਂਗੇ, ਅਰਥੀ ਤਿਆਰ ਕਰਕੇ ਲੰਘ ਜਾਵਾਂ, ਅੱਗੋਂ ਆਪਾਂ ਸਤਲੁਜ ਦਰਿਆ ਪਾਰ ਕਰਕੇ ਭੱਜ ਕੇ ਘਰੇ ਪਹੁੰਚ ਜਾਵਾਂਗੇ। ਕਹਿਣ ਲੱਗੇ ਜੇ ਪਕੜੇ ਗਏ, ਕਹਿਣ ਲੱਗੇ ਨਹੀਂ ਪਕੜੇ ਜਾਂਦੇ। ਇਹੋ ਜਿਹਾ ਨਾਟਕ ਮੈਂ ਪਹਿਲਾਂ ਵੀ ਕਈ ਵਾਰੀ ਕੀਤਾ ਕਿ ਮੇਰੇ ਕੋਲ ਬੜੀ ਸਿਆਣਪ ਹੈ, ਗੁਰੂ ਨੂੰ ਕੀ ਪਤਾ ਲੱਗੇਗਾ। ਪਰ ਇਹ ਨਹੀਂ ਜਾਣਦਾ ਆਪ ਗੁਰੂ ਪਾਤਸ਼ਾਹ ਤਾਂ ਦਿਲਾਂ ਦੀ ਜਾਣਨ ਵਾਲੇ ਨੇ ਕਿ ਇਹੋ ਜਿਹੀ ਮੈਂ ਖੇਡ ਵਰਤਾਵਾਂਗਾ ਕਿਸੇ ਨੂੰ ਕੁਝ ਪਤਾ ਨਹੀਂ ਲੱਗੇਗਾ। ਮਰਨ ਦਾ ਨਾਟਕ ਕੀਤਾ। ਇਹਦੇ ਸਾਥੀਆਂ ਨੇ ਗੁਰੂ ਸਰ ਨੂੰ ਇੱਕ ਚਾਰਪਾਈ ਉੱਤੇ ਪਾਇਆ, ਮੋਢਾ ਦਿੱਤਾ ਹੋਇਆ, ਅਤੇ ਰੋਂਦੇ ਹੋਏ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਲੰਘ ਰਹੇ ਨੇ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨਿਗਾਹ ਪੈ ਗਈ, ਕਹਿਣ ਲੱਗੇ ਹਾਂਜੀ ਦੱਸੋ ਭਾਈ ਕਿੱਥੇ ਜਾ ਰਹੇ ਹੋ। ਸਤਿਗੁਰੂ ਜੀ ਫਲਾਣਾ ਸਿੰਘ ਚੜ੍ਹਾਈ ਕਰ ਗਿਆ, ਉਹਦਾ ਸੰਸਕਾਰ ਕਰਨਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਸਤਿਗੁਰੂ ਨਾਲ ਮੁਸਕਰਾਉਂਦੇ ਨੇ, ਕਹਿਣ ਲੱਗੇ ਭਾਈ ਸਾਡਾ ਸਿੰਘ ਚੜ੍ਹਾਈ ਕੀਤਾ ਏ, ਸਿੰਘ ਸਾਡਾ ਏ, ਸਾਡੇ ਦਰ 'ਤੇ ਇੱਥੇ ਆਇਆ ਸੀ ਅਨੰਦਪੁਰ ਸਾਹਿਬ ਧਰਤੀ 'ਤੇ, ਅਤੇ ਮੈਂ ਹੀ ਚਲੋ ਆਪਣੇ ਹੱਥੀਂ ਮੈਂ ਸਿੰਘ ਦੇ ਸਰੀਰ ਦਾ ਸੰਸਕਾਰ ਕਰਾਂਗਾ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਕਿ ਮੈਂ ਸੰਸਕਾਰ ਕਰਾਂਗਾ, ਨਾਲ ਚੱਲਾਂਗਾ ਅਤੇ ਆਪਣੇ ਹੱਥੀਂ ਸੰਸਕਾਰ ਕਰਾਂਗਾ, ਅਤੇ ਹੁਣ ਜਿਹੜਾ ਲੇਟਿਆ ਹੋਇਆ ਉਹ ਸਭ ਕੁਝ ਸੁਣ ਰਿਹਾ ਕਿ ਹੁਣ ਕੀ ਕਰਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਨਾਲ ਆ ਗਏ ਫਿਰ ਤਾਂ ਮੈਂ ਪਕੜਿਆ ਜਾਵਾਂਗਾ। ਅਤੇ ਵਿਚਾਰ ਕਰਦਾ ਕਿ ਹੁਣ ਕੀ ਕੀਤਾ। ਸਤਿਗੁਰੂ ਜੀ ਨਾਲ ਤੁਰ ਪਏ ਨੇ, ਚਿਖਾ ਤਿਆਰ ਹੋ ਗਈ, ਲੱਕੜਾਂ ਉੱਤੇ ਪਾ ਦਿੱਤਾ ਗਿਆ, ਉੱਤੋਂ ਲੱਕੜਾਂ ਲੱਗ ਰਹੀਆਂ ਨੇ। ਅਤੇ ਜਦੋਂ ਲਾਂਬੂ ਲਾਉਣ ਲੱਗੇ ਨਾ, ਸਤਿਗੁਰੂ ਕਹਿਣਗੇ ਚਲੋ ਭਾਈ ਚੰਡਾ ਮੈਂ ਲਾਉਂਦਾ ਹਾਂ। ਅੱਗ ਲਾ ਦਿੱਤੀ ਗੁਰੂ ਸਵਾਰਿਓ। ਚੰਡਾ ਲਾਉਣ ਦੀ ਵਾਰੀ ਆਈ ਹੈ ਅਤੇ ਸਿੰਘ ਉੱਠ ਕੇ ਖਲੋ ਗਿਆ ਕਿ ਸੱਚੇ ਪਾਤਸ਼ਾਹ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ਼ ਕਰਨਾ ਕਰੋ। ਸਤਿਗੁਰੂ ਕਹਿਣ ਲੱਗੇ ਇਹ ਨਾਟਕ ਕਿਉਂ ਖੇਡਣਾ ਕੀਤਾ। ਸਤਿਗੁਰੂ ਮੇਰੇ ਮਨ ਵਿੱਚ ਪਰਿਵਾਰ ਦਾ ਮੋਹ ਹੈ, ਮੋਹ ਹੋਣ ਕਰਕੇ ਮੈਂ ਜਾਣਾ ਚਾਹੁੰਦਾ ਸੀ ਆਪਣੇ ਘਰ। ਕਲਗੀਧਰ ਪਾਤਸ਼ਾਹ ਕਹਿੰਦਾ ਤੇਰੇ ਮਨ 'ਚ ਇਹੀ ਤਾਂ ਮੋਹ ਕੱਢਣਾ ਹੈ। ਤੂੰ ਸੋਚਦਾ ਸੀ ਕਿ ਗੁਰੂ ਕੁਝ ਜਾਣਦਾ ਨਹੀਂ, ਗੁਰੂ ਨੂੰ ਮੈਂ ਧੋਖਾ ਦੇ ਕੇ ਅਨੰਦਪੁਰ ਸਾਹਿਬ ਤੋਂ ਲੰਘ ਜਾਵਾਂਗਾ। ਸਿੰਘਾ ਤੈਨੂੰ ਜੇ ਅਸੀਂ ਜਾਣ ਦਿੰਦੇ ਨਾ, ਅੱਜ ਤੈਨੂੰ ਰੋਕਣਾ ਨਹੀਂ ਸੀ ਆਪਾਂ, ਤੂੰ ਲੰਘ ਸਕਦਾ ਸੀ। ਪਰ ਤੈਂ ਅੱਗੇ ਜੋ ਅਨੰਦਪੁਰ ਸਾਹਿਬ ਦੀ ਹੱਦ ਟੱਪਣਾ ਸੀ, ਆਪਣੇ ਪਿੰਡ ਜਾਣਾ ਸੀ, ਆਪਣੇ ਨਗਰ ਜਾਣਾ ਸੀ, ਤੈਂ ਕਹਿਣਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੈਂ ਪਤਾ ਨਹੀਂ ਲੱਗਣ ਦਿੱਤਾ, ਸਤਿਗੁਰੂ ਦੇ ਦਰ ਤੋਂ ਮੈਂ ਇਸ ਤਰ੍ਹਾਂ ਲੰਘ ਕੇ ਆਇਆ ਹਾਂ। ਇੰਝ ਲੰਘ ਕੇ ਆਇਆ, ਗੁਰੂ ਗੋਬਿੰਦ ਸਿੰਘ ਕੁਝ ਨਹੀਂ ਪਤਾ ਲੱਗਿਆ ਸਤਿਗੁਰ ਨੂੰ।
ਸਤਿਗੁਰੂ ਕਹਿਣ ਗੁਰੂ ਜਿਹੜਾ ਸਾਰੇ ਸਿੱਖਾਂ ਦੇ ਦਿਲਾਂ ਦੀ ਜਾਣਦਾ ਹੈ ਕਿ ਸਿੱਖਾਂ ਦੇ ਦਿਲਾਂ ਵਿੱਚ ਕੀ ਵਰਤ ਰਿਹਾ ਹੈ, ਕਿਹਦੇ ਅੰਦਰ ਚੰਗੀ ਵਿਚਾਰ ਹੈ, ਕਿਹਦੇ ਅੰਦਰ ਮਾੜੀ ਵਿਚਾਰ ਹੈ, ਇਹ ਗੁਰੂ ਜਾਣਦਾ ਹੈ। ਮਤਾ ਮਨ ਵਿੱਚ ਇਹ ਸੋਚਣਾ ਇਹ ਗੁਰੂ ਜਾਣਨ ਵਾਲਾ ਨਹੀਂ ਹੈ। ਫਿਰ ਸਿੰਘ ਨੇ ਮਾਫੀ ਮੰਗੀ। ਜਦੋਂ ਮਾਫੀ ਮੰਗੀ ਹੈ ਫਿਰ ਸਤਿਗੁਰੂ ਕਹਿੰਦੇ ਹੁਣ ਤੂੰ ਆਪਣੇ ਘਰ ਜਾਣਾ ਕਰ ਭਾਈ, ਹੁਣ ਤੈਨੂੰ ਕੋਈ ਰੋਕਦਾ ਨਹੀਂ। ਪਰ ਇਸ ਤਰ੍ਹਾਂ ਕਦੇ ਮੋਹ ਨਹੀਂ ਕਰਨਾ। ਪਰਿਵਾਰ ਹੈ, ਜ਼ਿੰਮੇਵਾਰੀ ਆਪਣੀ ਨਿਭਾਉਣੀ ਹੈ, ਪਰ ਨਾਲ ਤੈਂ ਆਪਣੇ ਉਸ ਜਿਹਦੇ ਲਈ ਸਾਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਉਹਦਾ ਆਪਾਂ ਨਾਮ ਦਾ ਵਪਾਰ ਕਰਨਾ, ਨਬੰਦਗੀ ਕਰਨੀ ਹੈ, ਚੰਗੇ ਕਰਮ ਕਰਨੇ ਜਿਸ ਕਰਕੇ ਸਾਨੂੰ ਉਸ ਮਾਲਕ ਦੇ ਦਰ ਤੋਂ ਖੁਸ਼ੀਆਂ ਮਿਲ ਸਕੇ। ਸੋ ਸਤਿਗੁਰੂ ਇੱਥੇ ਬਚਨ ਕਰਦੇ ਆਪੇ ਦਾਨਾ ਆਪੇ ਬੀਨਾ। ਉਹ ਵਾਹਿਗੁਰੂ ਉਹ ਆਪ ਹੀ ਸਾਡੇ ਦਿਲਾਂ ਦੀ ਜਾਣਨ ਵਾਲਾ ਹੈ। ਆਪੇ ਆਪ ਉਪਾਏ ਪਤੀਨਾ, ਆਪ ਹੀ ਵਾਹਿਗੁਰੂ ਜੀਵਾਂ ਨੂੰ ਉਪਾਏ ਪੈਦਾ ਕਰਦਾ ਅਤੇ ਆਪ ਹੀ ਗੁਰੂ ਸਾਹਿਬ ਨੂੰ ਭਤੀਜਦਾ। ਵਾਹਿਗੁਰੂ ਪਰਖ ਕਰਦਾ ਪਲ ਪਲ ਦੇ ਵਿੱਚ। ਬੜੀਆਂ ਪਰਖਾਂ ਕੀਤੀਆਂ ਗੁਰੂ ਪਾਤਸ਼ਾਹ ਨੇ, ਪਰ ਇਸ ਪਰਖ ਦੇ ਵਿੱਚੋਂ ਗੁਰੂ ਸਾਹਿਬ ਉਹ ਪਾਸ ਹੋਏ ਨੇ ਜਿਹੜੇ ਤਨ ਮਨ ਕਰਕੇ ਗੁਰੂ ਨਾਲ ਜੁੜੇ ਹੋਏ ਸਨ। ਝੂਠਾ ਨਹੀਂ ਇਸ ਪਰਖ ਵਿੱਚੋਂ ਪਾਸ ਹੋ ਸਕਦਾ ਹੈ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨ ਕੋਏ, ਰਾਮ ਕਸੌਟੀ ਸੋ ਸਹੈ, ਜੋ ਮਰ ਜੀਵਾ ਹੋਏ। ਜਿਹੜੇ ਮਰ ਜੀਵੜੇ ਬਣੇ ਨੇ ਨਾ, ਮਰ ਜੀਵੜੇ ਤੋਂ ਭਾਵ ਜਿਹਨਾਂ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ, ਉਹ ਫਿਰ ਇਹਨਾਂ ਪਰਖਾਂ ਵਿੱਚੋਂ ਪਾਸ ਹੋਏ ਨੇ। ਚਾਹੇ ਉਹ ਭਾਈ ਮੰਝ ਜੀ ਕਹਿ ਲਓ, ਜਿਨ੍ਹਾਂ ਨੇ ਗੁਰੂ ਸਾਰੇ ਖੂਹ ਵਿੱਚ ਡਿੱਗ ਗਏ ਨੇ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਹਰ ਕੱਢੇ ਆ। ਕਹਿਣ ਲੱਗੇ ਪਹਿਲਾਂ ਲੱਕੜਾਂ ਕੱਢੋ ਫਿਰ ਮੈਂ ਬਾਹਰ ਨਿਕਲਾਂਗਾ। ਸਤਿਗੁਰੂ ਕਹਿਣ ਲੱਗੇ ਪਰਖ ਕੀਤੀ ਹੈ ਸਤਿਗੁਰੂ ਨੇ ਉਹਨੂੰ, ਮੰਝ ਪਿਆਰਾ ਗੁਰੂ ਕਾ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬਹੁਤਾ ਜ ਲੰਘਣ ਹਾਰਾ। ਇਹ ਵਰ ਦੇਣਾ ਕੀਤਾ ਅਤੇ ਭਾਈ ਮੰਝ ਨੇ ਫਿਰ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ। ਸਤਿਗੁਰੂ ਨੇ ਮੰਗ ਕੀ ਮੰਗਦਾ? ਕਹਿਣ ਲੱਗਿਆ ਪਾਤਸ਼ਾਹ ਸਿੱਖੀ ਦੀ ਦਾਤ ਦੇਵੋ। ਸਤਿਗੁਰੂ ਇੱਕ ਬੇਨਤੀ ਹੋਰ ਹੈ ਆਪ ਜੀ ਦੇ ਚਰਨਾਂ 'ਚ। ਕਿਹੜੀ ਬੇਨਤੀ ਦੱਸ ਭਾਈ? ਸਤਿਗੁਰੂ ਜਿਵੇਂ ਮੇਰੀ ਪਰਖ ਕੀਤੀ ਨਾ, ਇਸ ਤਰ੍ਹਾਂ ਆਪ ਜੀ ਨੇ ਹੋਰ ਸਿੱਖਾਂ ਦੀ ਪਰਖ ਨਹੀਂ ਕਰਨੀ, ਸਿੱਖ ਪਾਸ ਨਹੀਂ ਹੋਣਗੇ। ਸਤਿਗੁਰੂ ਕਿੱਥੇ ਮੈਂ ਨਗਰ ਦਾ ਚੌਧਰੀ ਸੀ, ਕਿੱਥੇ ਅੱਜ ਦਰ ਦਰ ਦਾ ਭਿਖਾਰੀ ਬਣ ਗਿਆ, ਪਰ ਤੇਰੀ ਕਿਰਪਾ ਹੋ ਗਈ ਤੈਂ ਮੈਨੂੰ ਤਾਰ ਦਿੱਤਾ। ਸਤਿਗੁਰੂ ਪਰਖ 'ਚੋਂ ਪਾਸ ਹੋਣਾ ਬੜਾ ਔਖਾ ਹੈ। ਅੱਜ ਸਾਡੀਆਂ ਪਰਖਾਂ ਆਉਂਦੀਆਂ, ਆਪਾਂ ਥੋੜ੍ਹਾ ਬੋੜਾ ਸਾਡੇ ਉੱਤੇ ਕੋਈ ਸੰਕਟ ਆ ਜਾਵੇ ਆਪਾਂ ਡੋਲ ਜਾਂਦੇ ਹਾਂ, ਪਰ ਸਤਿਗੁਰੂ ਪਰਖ ਸਾਡੀ ਅੱਜ ਘੱਟ ਕਰਦੇ ਨੇ, ਕਿਉਂਕਿ ਭਾਈ ਮੰਝ ਨੇ ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰ ਦਿੱਤੀ ਸੀ। ਇਸ ਕਰਕੇ ਗੁਰੂ ਸਵਾਰੇ ਉਹ ਆਪ ਹੀ ਵਾਹਿਗੁਰੂ ਜੀਵਾਂ ਨੂੰ ਪੈਦਾ ਕਰਦਾ ਅਤੇ ਆਪ ਹੀ ਇਹਨਾਂ ਜੀਵਾਂ ਨੂੰ ਭਤੀਜਦਾ, ਇਹਨਾਂ ਦੀ ਪਰਖ ਕਰਦਾ ਹੈ। ਆਪ ਹੀ ਵਾਹਿਗੁਰੂ ਨੇ ਇਹਨਾਂ ਨੂੰ ਸਾਰੀਆਂ ਇਹ ਖੇਡਾਂ ਉਸ ਮਾਲਕ ਦੀਆਂ ਰਚਾਈਆਂ ਹੋਈਆਂ ਹਨ। ਆਪੇ ਪੌਣ ਪਾਣੀ ਬਹਿ ਸੰਤਰ, ਆਪੇ ਮੇਲ ਮਿਲਾਈ ਹੈ। ਆਪੇ ਪੌਣ, ਪੌਣ ਤੋਂ ਅਰਥ ਹੈ ਹਵਾ, ਪਾਣੀ ਜਲ, ਬੈਸੰਤਰ ਤੋਂ ਅਰਥ ਹੈ ਅੱਗ। ਕਹਿੰਦੇ ਇਹ ਪੰਜ ਤੱਤ ਵਾਹਿਗੁਰੂ ਨੇ ਆਪ ਹੀ ਇਹ ਪੰਜ ਤੱਤ ਪੈਦਾ ਕੀਤੇ। ਇਹਨਾਂ ਪੰਜਾਂ ਤੱਤਾਂ ਤੋਂ ਫਿਰ ਆਪੇ ਮੇਲ ਮਿਲਾਈ ਹੈ। ਸ੍ਰਿਸ਼ਟੀ ਨੂੰ ਪੈਦਾ ਕਰਨ ਦੇ ਲਈ ਵਾਹਿਗੁਰੂ ਪਰਮਾਤਮਾ ਨੇ ਪੰਜਾਂ ਤੱਤਾਂ ਦੇ ਇਹ ਸਰੀਰ ਬਣਾ ਦਿੱਤੇ। ਜਿਹੜੇ ਸਾਡੇ ਸਰੀਰ ਨੇ ਪੰਜ ਤੱਤ ਦੇ ਬਣੇ ਹੋਏ ਨੇ। ਕਹਿੰਦੇ ਪੰਜ ਤੱਤ ਵੀ ਉਹ ਪੈਦਾ, ਆਪੇ ਪੰਜ ਤੱਤ ਵਿਸਥਾਰਾ, ਵਿੱਚ ਧਾਤੂ ਪੰਜ ਆਪ ਪਾਵੈ। ਉਹ ਵਾਹਿਗੁਰੂ ਆਪ ਹੀ ਪਾਉਣ ਵਾਲਾ ਹੈ। ਇਸ ਤਰ੍ਹਾਂ ਉਹ ਸਾਰੀ ਉਸ ਮਾਲਕ ਨੇ ਇਹ ਖੇਡ ਬਣਾਈ ਹੋਈ ਹੈ। ਆਪੇ ਸੱਸ ਸੂਰਾ ਪੂਰੋ ਪੂਰਾ, ਆਪੇ ਗਿਆਨ ਧਿਆਨ ਗੁਰ ਸੂਰਾ। ਸੱਸ ਆਪੇ ਸੱਸ, ਸੱਸ ਦਾ ਅਰਥ ਹੈ ਚੰਦਰਮਾ, ਸੂਰਜ। ਜਿਵੇਂ ਸੂਰਜ ਗੁਰੂ ਸਰੇ ਆਕਾਸ਼ ਵਿੱਚ ਚੜ੍ਹਦਾ ਅਤੇ ਰੋਸ਼ਨੀ ਕਰ ਦਿੰਦਾ ਹੈ, ਦਿਨ ਚੜ੍ਹ ਜਾਂਦਾ ਹੈ। ਅਤੇ ਗੁਰੂ ਸਾਹਿਬਾਨ ਕਹਿੰਦੇ ਚੰਦਰਮਾ ਕਹਿੰਦੇ ਅਤੇ ਸੂਰਜ ਕਹਿੰਦੇ ਵਾਹਿਗੁਰੂ ਆਪ ਹੀ ਹੈ।
ਉਹਦਾ ਹੀ ਪੈਦਾ ਕੀਤਾ। ਇਸ ਕਰਕੇ ਉਹ ਸੂਰਜਾਂ ਦਾ ਸੂਰਜ ਹੈ, ਉਹ ਚੰਦਰਮਾ ਦਾ ਚੰਦਰਮਾ ਹੈ। ਪਰ ਸਾਡੇ ਹਿੰਦੁਸਤਾਨ ਵਿੱਚ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਮਨੁੱਖ ਜਿਹੜਾ ਹੈ ਚੰਦਰਮਾ ਨੂੰ ਭਗਵਾਨ ਮੰਨ ਕੇ, ਸੂਰਜ ਨੂੰ ਦੇਵਤਾ ਮੰਨ ਕੇ ਦੀ ਪੂਜਾ ਕਰੀ ਜਾ ਰਹੇ ਆ। ਕਲਗੀਧਰ ਪਾਤਸ਼ਾਹ ਕਹਿੰਦੇ ਨਹੀਂ, ਮੈਂ ਤਾਂ ਉਸ ਚੰਦਰਮਾ ਨੂੰ, ਸੂਰਜ ਨੂੰ ਨਮਸਕਾਰ ਕਰਦਾ ਜਿਹੜਾ ਸਦੀਵੀ ਕਾਲ ਦੇ ਰਹਿਣ ਵਾਲਾ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ। ਇਸੇ ਪ੍ਰਕਾਰ ਦਸ਼ਮੇਸ਼ ਪਿਤਾ ਮਹਾਰਾਜ ਬਚਨ ਕਰਦੇ ਨੇ, ਹੇ ਰੱਬ, ਹੇ ਸੱਸ, ਹੇ ਕਰਣਾ ਨਿਧ, ਮੇਰੀ ਅਬੈ ਬਿਨਤੀ ਸੁਣ ਲੀਜੈ, ਔਰ ਨਾ ਮੰਗਤ ਹੋ ਤੁਮ ਤੇ ਕਛ, ਚਾਹਤ ਹੋ ਚਿਤ ਮੈਂ ਸੋਈ ਕੀਜੈ। ਇੱਥੇ ਹੁਣ ਸੂਰਜ ਨੂੰ ਨਹੀਂ ਆਖਿਆ, ਚੰਦਰਮਾ ਨੂੰ ਕਹਿੰਦੇ, ਹੇ ਪਰਮੇਸ਼ਰ ਰੂਪੀ ਚੰਦਰਮਾ, ਹੇ ਪਰਮੇਸ਼ਰ ਰੂਪੀ ਸੂਰਜ, ਮੈਂ ਤੇਰੇ ਚਰਨਾਂ 'ਚ ਬੇਨਤੀ ਕਰਦਾ, ਮੇਰੀ ਬੇਨਤੀ ਨੂੰ ਸੁਣਨਾ ਕਰ। ਸੋ ਸਤਿਗੁਰੂ ਕਹਿੰਦੇ ਆਪੇ ਸੱਸ, ਸੂਰੋ ਪੂਰਾ ਪੂਰਾ, ਪੂਰੋ ਪੂਰਾ, ਕਹਿੰਦੇ ਉਹ ਵਾਹਿਗੁਰੂ ਆਪ ਹੀ ਕਹਿੰਦੇ ਸੂਰਜ ਸਰੂਪ ਹੈ, ਆਪ ਹੀ ਕਹਿੰਦੇ ਸੂਰਜ ਪ੍ਰਕਾਸ਼ ਕਰਨ ਵਾਲਾ ਹੈ, ਪੂਰਾ ਹੈ। ਕਹਿੰਦੇ ਉਹ ਸਭ ਕੁਝ, ਉਹਦੇ 'ਚ ਕਿਸੇ ਪ੍ਰਕਾਰ ਦੀ ਊਣਤਾ ਨਹੀਂ ਹੈ। ਆਪੇ ਗਿਆਨ ਧਿਆਨ ਗੁਰੂ ਸੂਰਾ, ਅਤੇ ਆਪ ਹੀ ਗਿਆਨਵਾਨ ਹੈ, ਆਪ ਹੀ ਧਿਆਨ ਧਾਰਨ ਵਾਲਾ ਹੈ। ਅਤੇ ਇਸ ਤਰ੍ਹਾਂ ਉਹ ਗੁਰ ਸੂਰਾ, ਸੂਰਮਾ ਗੁਰੂ, ਗੁਰੂ ਆਪ ਹੀ ਹੈ। ਸੂਰਮੇ ਗੁਰੂ ਨਾਲ ਮਿਲਾਉਣ ਵਾਲਾ ਪਰਮੇਸ਼ਰ ਵਾਹਿਗੁਰੂ ਆਪ ਹੀ ਹੈ, ਕਿਉਂਕਿ ਗੁਰੂ ਸੂਰਮਾ ਹੈ। ਸੂਰਮਾ ਜਿਹੜਾ ਗੁਰੂ ਸਵਾਰਿਓ, ਜਿਹਨੇ ਆਪਣੇ ਵਿੱਚੋਂ ਪੰਜਾਂ ਉੱਤੇ ਕਾਬੂ ਕਰ ਲਿਆ, ਉਹਨੂੰ ਸੂਰਮਾ ਆਖਿਆ ਜਾਂਦਾ। ਪ੍ਰਤੱਖ ਸੂਰਮਾ ਜਿਹੜਾ ਮੈਦਾਨੇ ਜੰਗ ਜੂਝਦਾ, ਸ਼ਹਾਦਤ ਦਾ ਜਾਮ ਪੀ ਲਵੇ, ਅਤੇ ਉਹਨੂੰ ਸੂਰਮਾ ਆਖਿਆ ਜਾਂਦਾ। ਪਰ ਗੁਰੂ ਸੂਰਾ ਹੈ, ਕਿਉਂ ਗੁਰੂ ਸਾਨੂੰ ਜੁਗਤੀ ਸਿਖਾਉਂਦਾ, ਗੁਰੂ ਪਾਸੋਂ ਸਾਨੂੰ ਗਿਆਨ ਮਿਲਦਾ, ਗੁਰੂ ਸਾਨੂੰ ਦੱਸਦਾ ਕਿ ਸਿੱਖਾ ਇਸ ਤਰ੍ਹਾਂ ਧਿਆਨ ਧਾਰਨ ਕਰਨਾ ਹੈ। ਇਸ ਕਰਕੇ ਗੁਰੂ ਵੀ ਆਪ ਹੈ, ਅਤੇ ਧਿਆਨ ਧਾਰਨ ਵਾਲਾ ਵੀ ਆਪ ਹੈ, ਗਿਆਨ ਦੇਣ ਵਾਲਾ ਵਾਹਿਗੁਰੂ ਆਪ ਹੀ ਹੈ। ਕਾਲ ਜਾਲ ਜਮ ਜੋਹੇ ਨਾ ਸਾਕੈ, ਸਾਚੇ ਸਿਉ ਲਿਬ ਲਾਈ ਹੈ। ਜਿਨ੍ਹਾਂ ਨੇ ਭਾਈ ਸੱਚੇ ਪਰਮੇਸ਼ਰ ਦੇ ਨਾਮ ਵਿੱਚ ਆਪਣੀ ਲਿਵ ਨੂੰ ਲਾਣਾ ਕੀਤਾ ਹੈ, ਬਿਰਤੀ ਜੋੜਨਾ ਕੀਤੀ ਹੈ, ਉਹਨਾਂ ਨੂੰ ਕਾਲ ਦਾ ਜਾਲ, ਜੰਜਾਲ, ਜੰਮ ਪੈਦਾ ਕੀਤੇ ਹੋਏ ਜੰਮ ਜਿਹੜੇ ਧਰਮਰਾਜ ਦੇ, ਕਹਿੰਦੇ ਉਹ ਜੋ ਨਹੀਂ ਸਕਦੇ ਹਨ, ਉਹ ਪਕੜ ਨਹੀਂ ਸਕਦੇ, ਡਰਾ ਨਹੀਂ ਸਕਦੇ ਹਨ, ਕਿਉਂਕਿ ਉਹਨਾਂ ਦੀ ਲਿਵ ਉਸ ਮਾਲਕ ਦੇ ਨਾਮ ਵਿੱਚ ਲੱਗੀ ਹੋਈ ਹੈ। ਇਹ ਹਾਵੀ ਨਹੀਂ ਹੋ ਸਕਦੇ ਹਨ। ਇਹ ਗੁਰੂ ਸਵਾਰੇ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। 4 ਪਦਿਆਂ ਦੀ ਵਿਚਾਰ ਹੋਈ ਹੈ, ਕਿਉਂਕਿ 16 ਪਦਿਆਂ ਵਾਲਾ ਇਹ ਸ਼ਬਦ ਆਰੰਭਤਾ ਹੋਈ।